ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਤੇ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਡਾਕਟਰ ਸ਼ਿੰਦਰ ਪੁਰੇਵਾਲ ਦਾ ਸ਼ੋਅ ਹੈ। 7:15 ਹੋਏ ਨੇ ਤੇ 2 ਦਸੰਬਰ ਦਾ ਦਿਨ ਹੈ, ਵਰਾ 2021 ਦਾ, ਵੀਰਵਾਰ ਹੈ, 17 ਮੱਘਰ ਨਾਨਕਸ਼ਾਹੀ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਕੁਝ ਖਾਸ ਖਬਰਾਂ ਤੋਂ ਬਾਅਦ ਤੁਹਾਡੀਆਂ ਸਿਹਤ ਸੇਵਾਵਾਂ ਦੇ ਬਾਰੇ ਅੱਜ ਰਿਪੋਰਟ ਪੇਸ਼ ਕੀਤੀ ਜਾਏਗੀ ਕਿ 2020 ਦੇ ਵਿੱਚ ਕਿੰਨਾ ਵੇਟ ਸੀ, ਵੇਟਿੰਗ ਪੀਰੀਅਡ ਕਿੰਨਾ ਸੀ ਤੇ ਉਹ ਵੇਟਿੰਗ ਪੀਰੀਅਡ ਦੇ ਵਿੱਚ ਜਿਹੜੀਆਂ ਫਿਜ਼ੀਸ਼ੀਅਨ ਤੇ ਸਪੈਸ਼ਲਿਸਟਾਂ ਨੂੰ ਤਨਖਾਹਾਂ ਉਹ ਕਿੰਨੀਆਂ ਗਈਆਂ, ਇਨਫਰਾਸਟਰਕਚਰ ਤੇ ਖਰਚਾ ਕਿੰਨਾ ਹੋਇਆ। ਮਿਸਟਰ ਬਾਕਸ ਬਰੂਆ ਜਿਹੜੇ ਡਾਇਰੈਕਟਰ ਨੇ ਹੈਲਥ ਪਾਲਿਸੀ ਸਟੱਡੀਜ਼ ਦੇ ਫਰੇਜ਼ਰ ਇੰਸਟੀਚਿਊਟ ਤੇ, ਉਹ ਸ਼ਾਮਲ ਹੋਣਗੇ। ਬਰੂਆ ਜੀ ਗੱਲਬਾਤ ਦੱਸਣਗੇ ਕਿ ਇਹਨਾਂ ਦੀ ਰਿਪੋਰਟ ਜਿਹੜੀ 2020 ਦੀ ਆ ਵੇਟਿੰਗ ਪੀਰੀਅਡ ਦੀ, ਉਹ ਕੀ ਹੈ ਤੇ ਐਗਜ਼ੈਕਟਲੀ ਹੋ ਕੀ ਰਿਹਾ, ਵੇਟਿੰਗ ਯੂਅਰ ਟਰਨ ਕੀ ਹੈ। ਤੇ ਇਸ ਦੇ ਨਾਲ ਹੀ ਕੋਸ਼ਿਸ਼ ਕਰਾਂਗਾ, ਅੰਗਰੇਜ਼ੀ 'ਚ ਉਹਨਾਂ ਨੇ ਗੱਲਬਾਤ ਕਰਨੀ ਹੈ ਤੇ ਮੈਂ ਜਾਣ ਤੋਂ ਪਹਿਲਾਂ ਜੇ ਕੁਛ ਅਲੱਥਾ ਦੀ ਲੋੜ ਹੋਈ ਮੈਂ ਦੱਸ ਕੇ ਜਾਵਾਂਗਾ ਕਿ ਕੀ ਹੈ ਅਸਲ ਕਹਾਣੀ, ਕੀ ਹੈ। $2 ਅਰਬ ਵੇਟਿੰਗ ਤੇ ਕਿਵੇਂ ਖਰਚ ਹੋ ਰਿਹਾ। ਯੂਨੀਵਰਸਲ ਹੈਲਥ ਕੇਅਰ ਸਿਸਟਮ ਕੀ ਕੈਨੇਡਾ ਦੇ ਵਿੱਚ ਹੀ ਹੈ ਜਾਂ ਫਿਰ ਦੁਨੀਆ ਦੇ ਹੋਰ ਕਿਹੜੇ ਮੁਲਕਾਂ 'ਚ ਹੈ। ਮੁਲਕ ਤੇ ਮੁਲਕ, ਅਰਬੀ ਦਾ ਵੀ ਸ਼ਬਦ ਮੁਲਕ ਹੈ। ਹਾਂ ਦੇ ਮੁਲਕ ਮਲ ਨੰਬਰ 1 ਹੈ ਦੁਨੀਆ, ਇਉਂ ਵੀ ਕਹਿੰਦੇ ਆ। ਆਪ ਚ ਰਾਜਨੀਤੀ ਵਾਲੇ ਪਟਾਕੇ ਹੀ ਪੈਂਦੇ ਆ। 604 204 0600 ਆਨ 에ਅਰ ਨੰਬਰ ਹੈ। 6042040600 ਤੇ 604 729 1224 WhatsApp ਤੇ ਟੈਕਸਟ ਲਈ ਆਪਣਾ ਨੰਬਰ ਹੈ। ਉਹ ਜੰਗਲ ਨਾਲ ਲੱਗਦੇ ਤਲਾਬਾਂ ਦੀ ਜਾਈ ਜੋ ਸਾਵੀ ਸਲਤਨਤ ਚ ਭਟਕਣ ਸੀ ਆਈ, ਜੋ ਮਹਿਕ ਸੀ ਕਿਰਿਆ ਸੀ ਚਾਨਣ ਤਰਾਵਤ ਤੇ ਪਿੰਡੇ 'ਚ ਢਲਗੀ ਉਹ ਕੋਸੀ ਬਨਾਵਟ, ਜੋ ਪਿੰਡਾ ਸੀ ਕੁਦਰਤ ਦੀ ਸ਼ਦਾਬੀ ਰੰਗਤ ਤੇ ਅੰਗਾਂ 'ਚ ਉੱਭਰੀ ਸੀ ਟਿੱਬਿਆਂ ਦੀ ਸੰਗਤ, ਜਿਹਦੀ ਲਚਕ ਤਣਿਆਂ ਬਰੋਬਰ ਜੇ ਢੁਕਦੀ ਉਹ ਗੁਰੂਆਂ ਦੀ ਰੋਹੀ ਕਦੇ ਵੀ ਨਾ ਸੁੱਕਦੀ, ਜੋ ਭਿਉਂਤੇ ਗੁਲਾਬਾਂ ਦੀ ਸੁਭਾ ਨਹੀਂ ਸੱਗੀ, ਜੋ ਟਕਸਾਲੀ ਪੌਣਾ ਦਾ ਸਾਦਕ ਪਰਾਂਦਾ, ਜੋ ਸੁਹਜਾਂ ਦੇ ਪੀੜੇ ਤੋਂ ਉੱਠੀ ਜਦੋਂ ਵੀ ਉਹ ਰਸਤਾ ਚੰਨਣ ਦੇ ਓਏ ਬਾਗਾਂ ਨੂੰ ਜਾਂਦਾ ਸੀ। ਵਿਰਖਾਂ ਨੇ ਬਖਸ਼ੀ ਜ਼ਿਰਾਂਦਾਂ ਦੀ ਸ਼ੱਕਰ ਨੇ ਰੇਤੜ ਚੋਂ ਚੁਗਲੇ ਨਿਵਾਣਾ ਦੇ ਅੱਖਰ, ਤੁਲਸੀ ਦੀ ਮਹਿਕਰ ਨੂੰ ਅੱਗ ਚੋਂ ਲੰਘਾ ਕੇ ਜਿਹਨੇ ਸਾਂਭ ਰੱਖਿਆ ਹੈ ਨੈਣੀ ਸਜਾ ਕੇ, ਜਿਹਦੇ ਰਕਤ ਵਿੱਚ ਇੱਕ ਤਲਸਮ ਰਵਾਂ ਹੈ, ਜਿਹਦੇ ਕੋਲ ਸਿਰਜਣ ਦੀ ਸ਼ਕਤੀ ਅਥਾਹ ਹੈ, ਜਿਹਦੀ ਹਿੱਕ 'ਚ ਕੌਸਰ ਨਦੀ ਦਾ ਬਹਾ ਤੇ ਮਾਂ ਵੀ ਇਸੇ ਬਹਾ ਦਾ ਹੀ ਨਾਂ ਹੈ, ਜੋ ਕਾਦਰ ਦੇ ਪੋਟੇ ਦੀ ਨੰਗੀ ਲਿਖਾਈ, ਉਹ ਕਾਸ਼ਨੀ ਜਾਦੂ ਹੀ ਔਰਤ ਕਹਾਈ, ਉਹ ਜੰਗਲ ਨਾਲ ਲੱਗਦੇ ਤਲਾਬਾਂ ਦੀ ਜਾਈ, ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ, ਉਹ ਜੰਗਲ ਨਾਲ ਲੱਗਦੇ ਤਲਾਬਾਂ ਦੀ ਜਾਈ। ਕਾਸ਼ਨੀ ਜਾਦੂ ਔਰਤ ਦੇ ਬਾਰੇ ਹਰਮਨਜੀਤ ਲਿਖਦਾ ਹੈ। ਸਾਰਿਆਂ ਦਾ ਧੰਨਵਾਦ ਜਿੱਥੇ ਵੀ ਬੈਠੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਤੋਂ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਪੱਤੀ ਸੇਖਵਾਂ ਬਰਨਾਲਿਓਂ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਰਾਜਨੀਤੀ ਨੇ ਭੁਚਾਲ ਲਿਆਂਦਾ ਪਿਆ। ਜਦ ਦੇ ਸਿਰਸੇ ਹੋਣੀ ਬੀਜੇਪੀ 'ਚ ਗਏ ਨੇ, ਮੈਨੂੰ ਹੋਰ ਲਿਸਟ ਲੰਬੀ ਲੱਗਦੀ ਹੈ ਕਿ ਵੱਡੇ ਨੇ ਜਿਹੜੇ ਤੂਤ ਤੇ ਪਿੱਪਲ ਡਿੱਗਣ ਵਾਲੇ ਆ ਤੇ ਲੀਲੂ ਬੇਰ ਜਾਣਗੇ ਬੀਜੇਪੀ ਵੱਲ ਨੂੰ, ਤੇ ਉਧਰ ਅਰਵਿੰਦ ਕੇਜਰੀਵਾਲ ਨੇ ਗੇੜਾ ਰੱਖਿਆ ਹੋਇਆ ਤੇ ਪਠਾਨਕੋਟ। ਗੱਲ ਕੀ ਚੱਲ ਰਹੀ ਹੈ ਜੀ? ਜੀ ਗਿੱਲ ਸਾਹਿਬ, ਦੇਖੋ ਅਰਵਿੰਦ ਕੇਜਰੀਵਾਲ ਨੇ ਚੌਥਾ ਗਰੰਟੀ ਦੇਣ ਆਏ ਸੀਗੇ। ਅਸਲ ਦੇ ਵਿੱਚ ਬੜਾ ਗਿੱਲ ਸਾਹਿਬ ਅੱਜ ਕੱਲ੍ਹ ਗੱਲਾਂ ਏਦਾਂ ਦੀਆਂ ਚੱਲ ਰਹੀਆਂ, ਐਲਾਨ ਤੇ ਐਲਾਨ। ਉਧਰੋਂ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ, ਆ ਕੇ ਐਲਾਨ ਕਰ ਜਾਂਦੇ ਨੇ। ਕਦੇ ਉਹ ਕਹਿੰਦੇ ਨੇ 1000 ਰੁਪਇਆ ਔਰਤਾਂ ਨੂੰ ਪ੍ਰਤੀ ਮਹੀਨਾ ਦੇਵਾਂਗੇ ਅਸੀਂ, ਕਦੇ ਕਹਿੰਦੇ ਨੇ ਅਸੀਂ ਫਲਾਨੀ ਚੀਜ਼ ਫ੍ਰੀ ਦੇਵਾਂਗੇ, ਕਦੇ ਕਹਿੰਦੇ ਨੇ ਅਸੀਂ ਫਲਾਨੀ ਚੀਜ਼ ਦਾ ਵਿਸ਼ਵਾਸ ਦਿਵਾਉਂਦੇ ਹਾਂ। ਕੇਜਰੀਵਾਲ ਸਾਹਿਬ ਅਜੇ ਦਿੱਲੀ ਗਏ ਨਹੀਂ ਹੁੰਦੇ, ਉਦੋਂ ਬਾਅਦ ਪਹਿਲਾਂ ਹੀ ਚਰਨਜੀਤ ਚੰਨੀ ਹੋਰੀ ਕਹਿੰਦੇ ਨੇ ਐਲਾਨ ਹੀ ਕਰਨਾ, ਕਿਹੜਾ ਕੁਛ ਦੇਣਾ। ਉਧਰੋਂ ਚੰਨੀ ਸਾਹਿਬ ਕਹਿੰਦੇ ਨੇ ਲਓ ਜੀ ਕੱਚੇ ਕਾਮੇ ਪੱਕੇ, ਲਓ ਜੀ ਹੁਣ ਤੁਹਾਡੀ ਬਿਜਲੀ ਸਸਤੀ, ਲਓ ਜੀ ਰੇਤਾ ਜਿਹੜਾ ਉਹ ਬਹੁਤ ਸਸਤਾ ਕਰਤਾ ਸੀ। ਗਿੱਲ ਸਾਹਿਬ, ਕਰਨ ਕਰਾਉਣ ਨੂੰ ਕੁਛ ਨਹੀਂ, ਇੱਕ ਗਪੌੜ ਸੰਖ ਵਾਲੀ ਗੱਲ ਆ ਜਿਹੜੀ ਉਹ ਹੈਗੀ ਆ।
ਵੀ ਝੂਠੇ ਵਾਅਦੇ ਨੇ ਜਿਹੜੇ ਉਹ ਕਰੀ ਜਾ ਰਹੇ ਨੇ ਰਾਜਨੀਤਿਕ ਆਗੂ। ਸੋ ਕੇਜਰੀਵਾਲ ਹੋਰਾਂ ਦੀ ਜੇ ਫੇਰੀ ਦੀ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਦਾ ਤਾਂ ਉਹ ਕੰਮ ਹੋ ਗਿਆ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ। ਕੇਜਰੀਵਾਲ ਸਾਹਿਬ ਪਠਾਨਕੋਟ ਆਏ, ਗਿੱਲ ਸਾਹਿਬ ਸਰਹੱਦੀ ਏਰੀਆ, ਔਰ ਉੱਥੇ ਤੁਸੀਂ ਦੇਖੋ ਕਿ ਹਿੰਦੀ 'ਚ ਬੋਰਡ ਲੱਗੇ ਹੋਏ ਸੀ ਔਰ ਤਿਰੰਗਾ ਯਾਤਰਾ। ਸੋ ਇਹ ਜਿਹੜਾ ਮਤਲਬ ਇੱਕ ਵੱਖਰੀ ਤਰ੍ਹਾਂ ਦਾ, ਕਿਉਂਕਿ ਭਾਜਪਾ ਤਿਰੰਗਾ ਯਾਤਰਾ ਵਾਲੀ ਗੱਲ ਲੈ ਕੇ ਆਈ ਸੀ, ਔਰ ਪਠਾਨਕੋਟ ਦਾ ਜਿਹੜਾ ਇਹ ਸਰਹੱਦੀ ਏਰੀਆ ਗਾ, ਉਸ ਏਰੀਏ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਿਰੰਗਾ ਯਾਤਰਾ ਅੱਜ ਕੀਤੀ ਗਈ, ਉਹ ਬਿਲਕੁਲ ਪੰਜਾਬ ਨੂੰ ਉਸ ਰੂਪ ਦੇ ਵਿੱਚ, ਕਿਉਂਕਿ ਉਹ ਇਲਾਕਾ ਜਿਹੜਾ ਉਹਦੀ ਵਿਲੱਖਣਤਾ, ਉਸ ਰੂਪ ਦੀ ਗੱਲਬਾਤ ਹੈ ਜਿਹੜੀ ਕੇਜਰੀਵਾਲ ਹੋਰਾਂ ਨੇ ਉੱਥੇ ਕੀਤੀ। ਔਰ ਉੱਥੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਪੁਲਿਸ ਤੇ ਫੌਜ ਦੇ ਵਿੱਚੋਂ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਕਿੰਨੀ ਸਹਾਇਤਾ ਦੇਣੀ ਹੈ, ਇਹਦਾ ਵਿਸ਼ੇਸ਼ ਤੌਰ ਦੇ ਉੱਤੇ ਜੇਕਰ ਸਰਕਾਰ ਬਣਨ ਦੇ ਉੱਤੇ ਉਹ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਚੌਥੀ ਗਰੰਟੀ ਦਿੱਤੀ ਹੈ, ਜੋ ਐਜੂਕੇਸ਼ਨ ਦੇ ਮਸਲੇ ਦੇ ਉੱਤੇ ਦਿੱਤੀ ਆ, ਕਿ ਸਾਡੀ ਸਰਕਾਰ ਬਣੀ ਤਾਂ ਅਸੀਂ ਚੰਗੀ ਤੇ ਮੁਫਤ ਸਿੱਖਿਆ ਜਿਹੜੀ ਆ ਉਹ ਦੇਵਾਂਗੇ। ਪੰਜਾਬ ਦੇ ਵਿੱਚ ਜਨਮੇ ਹਰ ਬੱਚੇ ਨੂੰ ਜਿਹੜੀ ਮੁਫਤ ਸਿੱਖਿਆ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊ, ਉਹ ਕਹਿੰਦੇ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਦੇ ਸਕੂਲਾਂ ਦੀ ਚੜ੍ਹਤ ਦਿਖਾਈ ਕਿ ਦਿੱਲੀ ਦੇ ਸਕੂਲਾਂ 'ਚ ਅਸੀਂ ਬਹੁਤ ਕੁਛ ਕੀਤਾ। ਉੱਥੋਂ ਦੇ ਸਰਕਾਰੀ ਸਕੂਲਾਂ ਦੇ 99.97% ਬੱਚੇ ਨੇ ਜਿਹੜੇ ਉਹ ਪਾਸ ਹੋਏ ਨੇ, ਔਰ ਪੰਜਾਬ ਦੇ ਸਕੂਲਾਂ ਦਾ ਕੰਪੈਰੀਜ਼ਨ ਮਨੀਸ਼ ਸਿਸੋਦੀਆ ਹੋਰਾਂ ਨੇ ਕੀਤਾ। ਪੰਜਾਬ ਆਏ ਹੋਏ ਨੇ ਉਹ, ਔਰ ਪਿਛਲੇ ਦਿਨੀ ਉਹ ਚਰਨਜੀਤ ਚੰਨੀ ਹੋਰਾਂ ਦੇ ਇਲਾਕੇ ਦੇ ਵਿੱਚ ਸਰਕਾਰੀ ਸਕੂਲ ਦਾ ਗੇੜਾ ਵੀ ਕੱਢ ਕੇ ਆਏ ਨੇ। ਭਗਵੰਤ ਮਾਨ ਹੋਰੀ ਵੀ ਨਾਲ ਨਜ਼ਰ ਆਏ ਨੇ ਜੀ, ਭਗਵੰਤ ਮਾਨ ਵੀ ਉੱਥੇ ਬੋਲੇ ਨੇ, ਔਰ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਹੋਰ ਵੀ ਕੇਜਰੀਵਾਲ ਹੋਰਾਂ ਦੇ ਨਾਲ ਨਜ਼ਰ ਆਏ ਨੇ। ਇਸ ਤੋਂ ਇਲਾਵਾ ਕੇਜਰੀਵਾਲ ਹੋਰਾਂ ਨੇ ਜਿਹੜਾ ਕੱਲ ਚਰਨਜੀਤ ਚੰਨੀ ਹੋਰਾਂ ਨੇ ਕਿਹਾ ਸੀ ਕਿ ਕਾਲੇ ਅੰਗਰੇਜ਼ ਪੰਜਾਬ ਦੇ ਉੱਤੇ ਰਾਜ ਕਰਨ ਦੇ ਲਈ ਤਾਹੂ ਨੇ, ਉਸ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਸੀ। ਕੇਜਰੀਵਾਲ ਹੋਰਾਂ ਨੇ ਬੜੇ ਮਤਲਬ ਵਿਲੱਖਣ ਤਰੀਕੇ ਨਾਲ ਚੀਨ ਨੂੰ ਆਪਦੇ ਪੱਖ 'ਚ ਢਾਲਣ ਦੀ ਗੱਲ ਆ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ ਮੈਂ ਕਾਲਾ ਹੋ ਸਕਦਾ, ਪਰ ਇੱਥੋਂ ਦੀਆਂ ਮਾਵਾਂ ਭੈਣਾਂ ਦੇ ਲਈ ਮੈਂ ਬਹੁਤ ਵਰਕ ਕਰ ਰਿਹਾ। ਮੈਂ 1000 ਰੁਪਇਆ ਜਿਹੜਾ ਅਨਾਊਂਸ ਕੀਤਾ। ਹੁਣ ਮੈਨੂੰ ਗਿੱਲ ਸਾਹਿਬ ਇਹ ਨਹੀਂ ਸਮਝ ਆਉਂਦੀ, ਪਤਾ ਨਹੀਂ ਤਾਂ ਕੇਜਰੀਵਾਲ ਹੀ 1000 ਰੁਪਏ ਨੂੰ ਬਹੁਤ ਵੱਡੀ ਚੀਜ਼ ਸਮਝੀ ਜਾਂਦੇ ਨੇ, ਪਤਾ ਨਹੀਂ ਉਹ ਸਾਡੇ ਪੰਜਾਬੀਆਂ ਨੂੰ ਇਹ ਸਮਝਦੇ ਨੇ ਵੀ ਉਹਨਾਂ ਲਈ 1000 ਰੁਪਇਆ ਬਹੁਤ ਵੱਡੀ ਚੀਜ਼ ਆ। ਦੋਨਾਂ ਚੀਜ਼ਾਂ 'ਚ ਕੋਈ ਗੱਲ ਤਾਂ ਹੈ ਨਾ। ਉਹ ਬਾਰ-ਬਾਰ 1000 ਰੁਪਏ ਦੇ ਜ਼ਿਕਰ ਕਰੀ ਜਾਂਦੇ ਨੇ, ਔਰ ਇੱਥੇ ਸਾਰੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ, ਡਿਜੀਟਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਹੋਇਆ, ਐਡਵਰਟਾਈਜ਼ਮੈਂਟ ਦਿੱਤੀਆਂ ਜਾ ਰਹੀਆਂ ਕਿ ਅਸੀਂ ਔਰਤਾਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਵਾਂਗੇ 18 ਸਾਲ ਤੋਂ ਵੱਧ ਉਮਰ ਦੀਆਂ ਨੂੰ, ਜੇ ਸਾਡੀ ਸਰਕਾਰ ਬਣ ਗਈ। ਔਰ ਕੇਜਰੀਵਾਲ ਸਾਹਿਬ ਕਹਿੰਦੇ ਮੈਂ 1000 ਦਾ ਅਨਾਊਂਸ ਕੀਤਾ ਤਾਂ ਇਹ ਮੇਰੇ ਖਿਲਾਫ ਦੂਜੀਆਂ ਪਾਰਟੀਆਂ ਬੋਲ ਰਹੀਆਂ ਨੇ। ਸੋ 1000 ਰੁਪਇਆ ਗੱਲ ਕੀ ਹੁੰਦੀ ਹੈ ਗਿੱਲ ਸਾਹਿਬ, ਮਹਿੰਗਾਈ ਦੇ ਇਸ ਦੌਰ ਦੇ ਵਿੱਚ, ਮਹਿੰਗਾਈ ਦੇ ਇਸ ਯੁੱਗ ਦੇ ਵਿੱਚ। ਦੂਸਰੀ ਗੱਲ ਇਹ ਕਿ ਤੁਸੀਂ ਸਾਨੂੰ ਮੁਫ਼ਤਖੋਰ ਸਮਝਦੇ ਹੋ ਪੰਜਾਬੀਆਂ ਨੂੰ। 1000 ਰੁਪਇਆ ਅਸੀਂ ਦਾਨ ਕਰਨ ਵਾਲੇ ਲੋਕ, ਔਰ ਤੁਸੀਂ ਦੇਣਾ ਤਾਂ ਰੁਜ਼ਗਾਰ ਦਿਓ, ਦੇਣਾ ਤਾਂ ਠੀਕ ਹੈ, ਤੁਸੀਂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ ਗੱਲ ਕਰੋ, ਤੁਸੀਂ ਸਿਹਤ ਸੇਵਾਵਾਂ ਦੇਣ ਦੀ ਗੱਲ ਕਰੋ, ਪਰ 1000 ਰੁਪਏ ਦੇ ਉੱਤੇ ਆ ਕੇ ਵਾਰ-ਵਾਰ ਆਟੇ ਦਾਲ ਦੇ ਉੱਤੇ ਕੋਈ ਆ ਕੇ ਗੱਲ ਕਰਨ ਲੱਗ ਜਾਂਦਾ। ਸਾਨੂੰ ਪੰਜਾਬੀਆਂ ਨੂੰ ਇਹਨਾਂ ਨੇ ਸਮਝ ਪਤਾ ਨਹੀਂ ਕੀ ਰੱਖਿਆ ਹੈਗਾ ਜੀ। ਅੱਛਾ, ਇੱਕ ਦੱਸਿਓ ਬਈ, ਕੱਲ ਮੈਂ ਇੱਕ ਹੋਰ ਕਲਿੱਪ ਸੁਣਿਆ ਚੰਨੀ ਉਹਨਾਂ ਦਾ, ਕਹਿੰਦਾ ਮੈਂ ਤਾਂ ਮੰਜੇ ਬੁਣ ਲੈਣਾ, ਦੌਣ ਪਾ ਲੈਣਾ, ਮੈਂ ਬਰਸੀਮ ਵੱਢ ਲੈਣਾ, ਬਾਕੀ ਦੇਖ ਲਓ ਝੋਕੀ ਤਾਂ ਉਹਨਾਂ ਨੇ ਕਹਿਤਾ ਮੈਂ ਲੱਗ ਜਾਣਾ, ਤੇ ਪਹਿਲਾਂ ਕਹਿੰਦੇ ਟੈਂਟ ਮੈਂ ਗੱਡਦਾ ਰਿਹਾ। ਇਹ ਗੱਲਾਂ ਕਿਹੜੀਆਂ ਸ਼ੁਰੂ ਹੋ ਰਹੀਆਂ ਨੇ? ਕਿਹੜੀਆਂ ਗੱਲਾਂ 'ਚੋਂ ਗੱਲਾਂ ਨੇ ਇਹ? ਕਿਹੜਾ ਬੰਦਾ ਪੰਜਾਬ ਦਾ ਜਿਹਨੂੰ ਇਹ ਕੰਮ ਨਹੀਂ ਆਉਂਦਾ? ਅੱਛਾ, ਹੁਣ ਉਹਨਾਂ ਨੇ ਰਿਪੋਰਟ ਕਾਰਡ ਕਾਹਦਾ ਜਾਰੀ ਕੀਤਾ ਤੇ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਮੈਂ ਵਧੀਆ ਕਰ ਰਿਹਾ? ਕੀ ਕਿਹਾ ਜੀ? ਜੀ 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 ਗਿੱਲ ਸਾਹਿਬ, ਬਾਕੀ ਜਿਸ ਦਿਨ ਦੇ 2 ਮਹੀਨੇ ਦੇ ਲਗਭਗ ਸਮਾਂ ਹੋ ਗਿਆ ਉਹਨਾਂ ਨੂੰ ਮੁੱਖ ਮੰਤਰੀ ਬਣਿਆ, ਔਰ 2 ਮਹੀਨੇ ਦੇ ਵਿੱਚ ਚੰਨੀ ਸਾਹਿਬ ਇਹੀ ਗੱਲਾਂ ਕਰੀ ਜਾਂਦੇ ਨੇ। ਕਦੇ ਕਹਿੰਦੇ ਮੈਂ ਨਾਕ ਵਾਲ ਪਾਉਣਾ ਆਉਂਦਾ, ਅੱਜ ਮੈਂ ਸੁਣਿਆ ਅੱਜ ਨਵੀਂ ਗੱਲ ਕਰਤੀ, ਕਹਿੰਦੇ ਮੈਨੂੰ ਪਿੱਠੂ ਖੇਡਣਾ ਆਉਂਦਾ, ਔਰ ਪਿੱਠੂ ਵੀ ਖੇਡ ਲੈਣਾ ਮੈਂ। ਤਾਂ ਇਹ ਜਿਹੜੀਆਂ ਗੱਲਾਂ ਨੇ, ਹੁਣ ਗੁੜ ਬਣਾਉਣਾ ਇੱਥੇ, ਮਤਲਬ ਚੰਨੀ ਸਾਹਿਬ ਪੰਜਾਬ ਦੀ ਜ਼ਿੰਮੇਵਾਰੀ ਆ ਤੁਹਾਡੇ ਤੇ। ਉਹ ਸੂਬਾ ਹੁਣ ਤਾਂ ਮੈਨੂੰ ਲੱਗਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਵੀ ਚੰਨੀ ਦੇ ਹੱਥ ਜੇ ਪੰਜਾਬ ਆ ਗਿਆ ਤਾਂ ਸਰਹੱਦੀ ਸੂਬਾ ਗਾ, ਔਰ ਕੈਪਟਨ ਅਮਰਿੰਦਰ ਸਿੰਘ ਕਿਵੇਂ ਚਿੰਤਾ ਜ਼ਾਹਰ ਕਰ ਰਹੇ ਸੀਗੇ, ਅੱਜ ਉਹ ਗੱਲਾਂ ਲੱਗਦੀਆਂ ਜਿਹੜੀਆਂ ਗੱਲਾਂ ਚੰਨੀ ਸਾਹਿਬ ਕਰ ਰਹੇ ਨੇ। ਚੰਨੀ ਸਾਹਿਬ ਪੰਜਾਬ ਕਲੰਗੀ ਹੈ ਭਾਰਤ ਦੀ, ਔਰ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਹੋ, ਤੇ ਪੰਜਾਬ ਦੇ ਮੁੱਖ ਮੰਤਰੀ ਹੋ ਕੇ ਤੁਸੀਂ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਹੋ, ਉਹ ਗੱਲਾਂ ਬਾਤਾਂ ਦੇ ਨਾਲ, ਮੱਝ ਦੇ ਟੀਕੇ ਲਾਉਣ ਦੇ ਨਾਲ, ਜਾਂ ਕਿਸੇ ਨੂੰ ਸ਼ਗਨ ਦੇਣ ਦੇ ਨਾਲ ਮੁੱਖ ਮੰਤਰੀ ਦੀ ਕੁਰਸੀ ਤੁਸੀਂ ਬਚਾ ਨਹੀਂ ਸਕਣੀ। ਕੁਰਸੀ ਬਚਾਉਣੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨੇ ਪੈਣਗੇ। ਸੋ ਰਿਪੋਰਟ ਕਾਰਡ ਤਾਂ ਗਿੱਲ ਸਾਹਿਬ ਇਹਨਾਂ ਨੇ ਦਿੱਤਾ, ਕਹਿੰਦਾ ਮੈਨੂੰ ਐਲਾਨ ਜੀਤ ਨਾ ਕਹੋ, ਮੈਂ ਐਲਾਨ ਜੀਤ ਨਹੀਂ, ਮੈਂ ਵਿਸ਼ਵਾਸ ਜੀਤ ਆ।
ਸੋ ਵਿਸ਼ਵਾਸ ਕਿਵੇਂ ਕਰਨ ਲੋਕ? ਗਿੱਲ ਸਾਹਿਬ ਰੁਜ਼ਗਾਰ ਦੀ ਗੱਲ ਕਰਦੇ ਸੀ, ਇਹ ਰੁਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਇਹਨਾਂ ਦੇ ਕਾਰਜਕਾਲ ਦੇ ਦੌਰਾਨ। ਆ 2 ਜ਼ਰੂਰ MLA ਦੇ ਲਾਤੇ, ਮਦਨ ਲਾਲ ਜਲਾਲਪੁਰ ਦੇ ਮੁੰਡੇ ਨੂੰ ਜਿਹੜਾ ਡਾਇਰੈਕਟਰ ਲਾਤਾ, ਉਧਰੋਂ ਅਮਰੀਕ ਢਿੱਲੋਂ ਦੋਨੇ ਠੇਕੇਦਾਰ ਪਰਿਵਾਰ ਨੇ ਉਹਦੇ ਪੋਤੇ ਨੂੰ ਲਾਤਾ। ਇਹਨਾਂ ਘਰਾਂ 'ਚ ਜ਼ਰੂਰ ਰੁਜ਼ਗਾਰ ਦਿੱਤੇ, ਹੋਰ ਤਾਂ ਮੈਨੂੰ ਕਿਸੇ ਦੇ ਮਿਲਿਆ ਦੀਂਦਾ ਨਹੀਂ। ਇਸ ਤੋਂ ਇਲਾਵਾ ਕੱਚੇ ਕਾਮੇ ਪੱਕੇ ਨਹੀਂ ਹੋਏ। ਇਸ ਤੋਂ ਇਲਾਵਾ ਜਿਹੜਾ ਇਹ ਕਹਿੰਦੇ ਸੀ ਬਿਜਲੀ ਅੱਜ ਲਈ ਫਿਰਦੇ ਸੀ ਬਿੱਲ, ਚੰਨੀ ਸਾਹਿਬ ਕਹਿੰਦੇ ਦੇਖੋ 0 ਬਿੱਲ ਆਇਆ। ਸੋ ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਪਤਾ ਹੈ 2 ਬਿੱਲ ਹੀ ਆਉਣੇ ਨੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ, ਇੱਕ ਆਹ ਵਾਲਾ, ਇੱਕ ਇਦੋਂ ਅਗਲਾ ਆਉਣਾ। ਉਦੋਂ ਨੂੰ ਵੋਟਾਂ ਪੈ ਜਾਣੀਆਂ ਫਰਵਰੀ ਵਾਲੀਆਂ, ਫਿਰ ਨਵੀਂ ਸਰਕਾਰ ਬਣਨੀ ਹੈ। ਕਿਹਦੀ ਬਣਨੀ ਹੈ? ਇਹਨਾਂ ਦੀ ਬਣਨੀ ਹੈ ਜਾਂ ਹੋਰ ਕਿਸੇ ਦੀ ਬਣਨੀ ਹੈ? ਉਹਦੇ 'ਚ ਬਿੱਲ ਗਿੱਲ ਸਾਹਿਬ ਅਗਲੇ ਮਾਰਚੀ ਦੇ ਲਾਉਣਗੇ। ਸੋ ਰਿਪੋਰਟ ਕਾਰਡ 'ਚ ਇਹਨਾਂ ਨੇ ਗੱਲਾਂ ਤਾਂ ਗਿੱਲ ਸਾਹਿਬ ਬਹੁਤ ਗਿਣਾਈਆਂ। ਕਹਿੰਦੇ ਮੈਂ ਬਹੁਤ 20 ਸਤੰਬਰ 2021 ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, 72 ਦਿਨ ਹੋ ਗਏ। 72 ਦਿਨਾਂ 'ਚ ਕਹਿੰਦੇ ਮੈਂ ਜਿਹੜੇ ਫੈਸਲੇ ਕੀਤੇ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕੀਤਾ। ਔਰ ਉਹਦੇ 'ਚ ਇਹਨਾਂ ਨੇ ਆਪਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਗਿਣਾਈ ਆ, ਉਹਦੇ 'ਚ ਕਹਿੰਦੇ ਬਿਜਲੀ ਦੀਆਂ ਦਰਾਂ ਘਟਾਈਆਂ ਨੇ। ਇਸ ਤੋਂ ਇਲਾਵਾ ਪਿੰਡਾਂ ਨੂੰ ਜਾ ਕੇ ਮੈਂ ਕਹਿੰਦੇ 5-5 ਮਰਲੇ ਦੇ ਪਲਾਟ ਅਲਾਟ ਕੀਤੇ ਨੇ। ਇਸ ਤੋਂ ਇਲਾਵਾ ਉਹ ਕਹਿੰਦੇ ਅਸੀਂ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਗ੍ਰਾਂਟਾਂ ਵੰਡੀਆਂ ਨੇ। ਸ਼ਹਿਰੀ ਖੇਤਰਾਂ 'ਚ ਜਲ ਸਪਲਾਈ ਤੇ ਸੀਵਰੇਜ ਦੇ ਬਕਾਏ ਮਾਫ ਕੀਤੇ ਨੇ। ਪੁੱਡਾ ਖੇਤਰਾਂ ਦੇ ਵਿੱਚ ਜਲ ਸਪਲਾਈ ਕਨੈਕਸ਼ਨਾਂ ਦੇ ਲਈ ਮਹੀਨਾਵਾਰ ਜਿਹੜੇ ਚਾਰਜਿਸ 50 ਰੁਪਏ ਉਹ ਟੈਕਸ ਕੀਤੇ ਨੇ। ਇਸ ਤੋਂ ਇਲਾਵਾ ਉਹ ਕਹਿੰਦੇ ਵਸੇਰਾ ਸਕੀਮ ਤਹਿਤ ਝੁੱਗੀਆਂ ਝੋਪੜੀਆਂ ਵਾਲਿਆਂ ਨੂੰ ਮਲਕੀਅਤ ਦੇ ਹੱਕ ਦਿੱਤੇ ਨੇ। ਸੋ ਇਹ ਗੱਲਾਂ ਕੀਤੀਆਂ ਨੇ, ਗਰਾਊਂਡ ਲੈਵਲ ਤੇ ਕੁਛ ਨਹੀਂ ਹੋਇਆ। ਆ ਜਿਹੜੀਆਂ ਰਾਜੇ ਵੜਿੰਗ ਨੇ ਵੀ ਉਹ ਬੱਸ ਜਾਂਦੀ ਫੜ ਲਈ, ਆਹ ਫੜ ਲਈ, ਔਰ ਜਿਵੇਂ ਕੋਈ ਥੋੜੇ ਬਹੁਤ ਟੈਕਸ ਨਹੀਂ ਸੀ ਪੇ ਕੀਤੇ ਹੋਏ, ਗਰਾਊਂਡ ਲੈਵਲ ਦੇ ਉੱਤੇ ਉਹ ਵੀ ਕੁਛ ਨਹੀਂ ਹੋਇਆ। ਅਜੇ ਵੀ ਦਿੱਲੀ ਏਅਰਪੋਰਟ ਨੂੰ ਉਵੇਂ ਹੀ ਬਾਦਲਾਂ ਦੀਆਂ ਬੱਸਾਂ ਨੋਟ ਚੁੱਕਦੀਆਂ ਜਾਂਦੀਆਂ ਨੇ ਤੇ ਨੋਟ ਚੁੱਕਦੀਆਂ ਆਉਂਦੀਆਂ ਨੇ। ਅਜੇ ਵੀ ਟਾਈਮ ਜਿਹੜੇ ਮਲਾਈਦਾਰ ਨੇ ਉਹ ਬਾਦਲਾਂ ਦੀਆਂ ਬੱਸਾਂ ਕੋਲੇ ਹੀ ਨੇ। ਸੋ ਨਾ ਟਰਾਂਸਪੋਰਟ ਮਾਫੀਆ ਖਤਮ ਹੋਇਆ ਜੀ 72 ਦਿਨਾਂ 'ਚ, ਨਾ ਰੇਤ ਮਾਫੀਆ ਖਤਮ ਹੋਇਆ 72 ਦਿਨਾਂ 'ਚ, ਨਾ ਡਰੱਗ ਮਾਫੀਆ ਖਤਮ ਹੋਇਆ 72 ਦਿਨਾਂ 'ਚ। ਔਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਛ ਨਹੀਂ ਪਿਆ ਸਵਾਏ ਇਹਨਾਂ ਦੇ ਲਾਰਿਆਂ ਦੇ। ਕਹਿਣ ਨੂੰ ਕਹੀ ਜਾਣ ਐਲਾਨ ਜੀਤ ਨਹੀਂ, ਵਿਸ਼ਵਾਸ ਜੀਤ ਆ, ਪਰ ਹਕੀਕਤ ਦੇ ਵਿੱਚ ਇਹ ਐਲਾਨ ਜੀਤ ਹੀ ਹੈ ਜੀ। ਸਰ ਨਵਕਿਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਕਰ ਰਹੇ ਨੇ। ਅੱਛਾ, ਨਵਜੋਤ ਸਿੰਘ ਸਿੱਧੂ ਜੀ ਫਤਿਹ ਜੰਗ ਸਿੰਘ ਬਾਜਵਾ ਦੀ ਰੈਲੀ ਤੇ ਪਹੁੰਚੇ ਕਾਹਨੂੰਵਾਨ ਫਿਰ? ਜੀ ਮਾਝੇ ਦੀ ਧਰਤੀ ਤੋਂ ਨਵਜੋਤ ਸਿੰਘ ਸਿੱਧੂ ਅੱਜ ਪਹੁੰਚੇ। ਇਹ ਦੇਖੀਏ ਕਿ ਸਥਿਤੀਆਂ ਕਿੱਧਰ ਨੂੰ ਗਿੱਲ ਸਾਹਿਬ ਜਾਂਦੀਆਂ ਨੇ। ਜਿਵੇਂ ਤੁਸੀਂ ਅਸੀਂ ਲੀਲੂ ਬੇਰੰਗੂ ਝੜਨਗੇ ਬੜੇ, ਇੱਧਰੋਂ ਉੱਧਰ ਤੇ ਉੱਧਰੋਂ ਇੱਧਰ, ਦਿਨਾਂ 'ਚ ਹੀ ਕਾਟੇ ਬਦਲ ਰਹੇ ਨੇ। ਐਂ ਲੱਗਦਾ ਜਿਵੇਂ ਚੈਸ ਦੀ ਖੇਡ ਚੱਲ ਰਹੀ ਹੁੰਦੀ ਆ ਕਿ ਇਹੀ ਬਾਜਵਾ ਪਰਿਵਾਰ ਅੱਜ ਤੋਂ 3 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਜਾਂਦਾ ਹੈ। ਇਸੇ ਫਤਿਹ ਜੰਗ ਬਾਜਵਾ ਦੇ ਮੁੰਡੇ ਨੂੰ ਕੈਪਟਨ ਅਮਰਿੰਦਰ ਸਿੰਘ DSP ਲਾਉਣ ਦੀ ਗੱਲ ਕਰਦਾ ਹੈ ਔਰ ਇਹ ਨਾਲ ਖੜਦੇ ਨੇ ਕੈਪਟਨ ਦੇ। ਉਸ ਵਕਤ ਵਿਰੋਧੀ ਕੌਣ ਹੁੰਦਾ ਹੈ? ਨਵਜੋਤ ਸਿੰਘ ਸਿੱਧੂ ਇਹਨਾਂ ਦਾ। ਉਸ ਤੋਂ ਬਾਅਦ ਗਿੱਲ ਸਾਹਿਬ ਸੁਖਜਿੰਦਰ ਰੰਧਾਵਾ ਹੋਰੀ ਉਸ ਮਾਝੇ ਦੀ ਧਰਤੀ ਦੇ ਉੱਤੇ ਬਾਜਵਾ ਪਰਿਵਾਰ ਨੂੰ ਇਗਨੋਰ ਕਰ ਦਿੰਦੇ ਨੇ, ਪਾਸੇ ਕਰ ਦਿੰਦੇ ਨੇ। ਔਰ ਦੂਸਰਾ ਬਾਜਵਾ ਜਿਹੜਾ ਇਹਨਾਂ ਦੇ ਘਰਾਂ ਦੇ ਵਿੱਚੋਂ ਹੀ ਹੈ, ਜਿਵੇਂ ਆਪਾਂ ਦੇਸੀ ਭਾਸ਼ਾ 'ਚ ਕਹਿਣਾ ਹੋਵੇ, ਉਹ ਇਹਨਾਂ ਨੂੰ ਇਗਨੋਰ ਕਰਕੇ ਰੱਖ ਦਿੰਦਾ। ਤਾਂ ਕੈਪਟਨ ਅਮਰਿੰਦਰ ਸਿੰਘ ਹਾਸ਼ੀਏ ਤੇ ਜਾਂਦਾ, ਭਾਜਪਾ ਚਲਿਆ ਜਾਂਦਾ। ਤੇ ਅੱਜ ਉਹੀ ਫਤਿਹ ਜੰਗ ਬਾਜਵਾ ਹੋਰਾਂ ਦੇ ਲਈ ਜਿਵੇਂ ਵਿਰੋਧੀ ਦਾ ਵਿਰੋਧੀ ਦੀ ਇੱਕ ਕਹਾਣੀ ਚੱਲਦੀ ਹੁੰਦੀ ਹੈ ਆਪਣੇ ਪੰਜਾਬੀਆਂ ਦੇ ਵਿੱਚ, ਅੱਜ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਬਣ ਰਹੀ ਆ। ਅੱਜ ਉਹੀ ਨਵਜੋਤ ਸਿੰਘ ਸਿੱਧੂ ਫਤਿਹ ਜੰਗ ਬਾਜਵਾ ਦੀ ਰੈਲੀ ਦੇ ਵਿੱਚ ਜਾਂਦਾ ਔਰ ਮਾਝੇ ਦੀ ਉਸ ਧਰਤੀ ਤੋਂ, ਕਾਹਨੂੰਵਾਨ ਦੇ ਉਸ ਇਲਾਕੇ ਤੋਂ ਪੰਜਾਬ ਦੀ ਸਿਆਸਤ ਦੀ ਗੱਲ ਆ ਜਿਹੜੀ ਉਹ ਕਰਦਾ ਹੈ। ਔਰ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਉੱਥੇ ਖੜ ਕੇ ਕਹਿੰਦਾ ਕਿ ਕਿਸਾਨੀ ਤੇ ਨੌਜਵਾਨੀ ਬਚਾਉਣ ਦੀ ਜਿਹੜੀ ਉਹ ਲੋੜ ਹੈ। ਨਵਜੋਤ ਸਿੰਘ ਸਿੱਧੂ ਨੇ ਉੱਥੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਵੀ ਕਈ ਨਿਸ਼ਾਨੇ ਨੇ ਜਿਹੜੇ ਲਾਏ ਨੇ। ਔਰ ਅੰਮ੍ਰਿਤਸਰ ਸਾਹਿਬ ਵਾਲੇ MP ਗੁਰਜੀਤ ਔਜਲਾ ਉਹ ਵੀ ਉੱਥੇ ਮੌਜੂਦ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਹਰਪੁਰਾ, ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਦਾ ਉੱਥੇ ਸਨਮਾਨ ਆ ਜਿਹੜਾ ਉਹ ਕੀਤਾ ਗਾ। ਸੋ ਹੁਣ ਜਿਹੜੇ ਸੁਖਜਿੰਦਰ ਰੰਧਾਵਾ ਹੋਰਾਂ ਦੇ ਵਿਰੋਧੀ ਨੇ ਮਾਝੇ ਦੇ ਵਿੱਚ, ਇੱਥੋਂ ਇਹ ਸਮਝਿਆ ਜਾ ਸਕਦਾ ਫਿਰ ਰੈਲੀ ਤੋਂ ਗਿੱਲ ਸਾਹਿਬ ਕਿ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇੜਲੇ ਨੇ ਅੱਜ ਕੱਲ੍ਹ ਜੀ। ਅੱਛਾ ਜੀ, ਸਿਰਸੇ ਉਹਨਾਂ ਦੇ ਜਾਣ ਤੋਂ ਬਾਅਦ ਤਿਆਰੀਆਂ ਹੋਰ ਵੀ ਨੇ। ਸਿਰਸੇ ਆਉਣੀ ਕੀ ਪਲੇਅਰ ਹੋਣਗੇ ਬੰਦੇ ਲਿਜਾਣ ਲਈ, ਤੁਸੀਂ ਵੇਖਿਓ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ 'ਤੇ ਲੋਕ ਝਾਕਦੇ, ਜਿਨ੍ਹਾਂ ਵੱਲ ਨੂੰ ਕਿ ਇਹ CM ਦੇ ਕੈਂਡੀਡੇਟ ਹੋਣਗੇ, ਇਹ ਹੋਣਗੇ, ਉਹ ਹੋਣਗੇ, ਉਹਨਾਂ ਦੀ ਤਿਆਰੀ ਆ। ਢੀਂਡਸੇ ਆਉਣਾ ਹੀ ਤਾਂ ਪਹਿਲਾਂ ਹੀ ਮਨ ਬਣਾਈ ਬੈਠੇ ਨੇ। ਹੋਰ ਵੀ ਵੱਡੇ ਚਿਹਰੇ। ਸਭ ਤੋਂ ਵੱਡੀ ਗੱਲ ਹੈ ਕਿ ਜਾਖੜ ਨਹੀਂ ਮੰਨ ਰਹੇ। ਕੀ ਜਾਖੜ ਹੋਣੀ
ਇਸ ਨੂੰ ਜਾਣ ਕੇ ਨਾਰਾਜ਼ਗੀ ਕਰ ਰਹੇ ਨੇ। ਤਿਵਾੜੀ ਉਹਨਾਂ ਦੀ ਗੱਲ ਤੇ ਆਮ ਆਦਮੀ ਪਾਰਟੀ ਦੇ ਵੀ ਕੁਝ ਵੱਡੇ ਲੀਡਰਾਂ ਦੀ ਗੱਲ ਚੱਲ ਰਹੀ ਹੈ, ਜਿਹੜੀਆਂ ਖਬਰਾਂ ਅੱਜ ਸਵੇਰੇ ਅੱਧਾ ਘੰਟਾ ਪਹਿਲਾਂ ਮਿਲੀਆਂ। ਆਉਣ ਵਾਲੇ 10-15 ਦਿਨਾਂ ਦੇ ਵਿੱਚ ਮੈਨੂੰ ਇਉਂ ਲੱਗਦਾ ਜਿਵੇਂ ਕਰਾਹ ਹੀ ਫਿਰ ਜਾਣਾ ਪੰਜਾਬ ਦੀ ਰਾਜਨੀਤੀ 'ਚ। ਤੇ ਤੁਹਾਡੇ ਕੋਲ ਕੀ ਖਬਰਾਂ ਨੇ? ਮਨਜਿੰਦਰ ਸਿੰਘ ਸਿਰਸੇ ਉਹਨਾਂ ਦੇ ਜਾਣ ਤੋਂ ਬਾਅਦ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਨੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕੁਝ ਕਿਹਾ। ਜੀ ਗੱਲ ਸਾਹਿਬ, ਦੇਖੋ ਇੱਕ ਗੱਲ ਤਾਂ ਇਹ ਹੈਗੀ ਕਿ ਭਾਰਤੀ ਜਨਤਾ ਪਾਰਟੀ ਅੱਜ ਸਿੱਖ ਆਗੂਆਂ ਨੂੰ, ਸਿੱਖ ਚਿਹਰਿਆਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਆ, ਕਿਉਂਕਿ ਉਹਨਾਂ ਦੀ RSS ਦੀ, ਭਾਰਤੀ ਜਨਤਾ ਪਾਰਟੀ ਦੀ ਇਹ ਸਟ੍ਰੈਟਜੀ ਹੈ ਕਿ ਅੱਜ ਉਹਨਾਂ ਦਾ ਜਿਹੜਾ ਮੁਸਲਿਮ ਭਾਈਚਾਰਾ ਉਹ ਹਾਸ਼ੀਏ ਦੇ ਉੱਤੇ ਜਾ ਰਿਹਾ ਗਾ। ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦਾ ਰਵੱਈਆ ਕੇਂਦਰ ਸਰਕਾਰ ਨੇ ਅਪਣਾਇਆ ਹੋਇਆ ਗਾ, ਔਰ ਇਹ ਸਾਰੇ ਚੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੀਜੇਪੀ ਦੱਸਣਾ ਚਾਹੁੰਦੀ ਹੈ ਕਿ ਦੇਖੋ ਸਿੱਖ ਭਾਈਚਾਰਾ ਸਾਡੇ ਨਾਲ ਆ। ਉਹਨਾਂ ਨੂੰ ਇਹ ਲੱਗਦਾ, ਭਾਰਤੀ ਜਨਤਾ ਪਾਰਟੀ ਨੂੰ, ਕਿ ਭਾਰਤ ਦੇ ਵਿੱਚ ਜੇ ਸੱਤਾ ਦਾ ਆਨੰਦ ਮੰਨਣਾ ਗਾ ਤਾਂ ਜਾਂ ਜਿਸ ਤਰੀਕੇ ਦੀ ਉਹਨਾਂ ਦੀ ਵਿਚਾਰਧਾਰਾ ਹੈ ਹਿੰਦੂ ਰਾਸ਼ਟਰ ਵਾਲੇ ਪਾਸੇ ਨੂੰ ਲਿਜਾਣ ਵਾਲੀ, ਉਹਦੇ 'ਚ ਉਹ ਸਿੱਖ ਭਾਈਚਾਰੇ ਦੇ ਚੁਣਿੰਦਾ ਨੁਮਾਇੰਦਿਆਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਨੇ। ਉਹਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਰਹੇ ਨੇ। ਇਹ ਗੱਲ ਸਾਡੇ ਸਾਹਮਣੇ ਆ ਰਹੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਵਾਕਈ ਗਿੱਲ ਸਾਹਿਬ, ਉਧਰੋਂ ਕੈਪਟਨ ਅਮਰਿੰਦਰ ਸਿੰਘ ਤਿਆਰੀ ਕਰੀ ਬੈਠਾ ਹੈ, ਉਹਨੇ ਸ਼ੁੱਕਰਵਾਰ ਨੂੰ ਜਿਹੜਾ ਦਿੱਲੀ ਜਾਣਾ ਕੱਲ੍ਹ ਨੂੰ, ਔਰ ਸ਼ਨੀਵਾਰ ਨੂੰ ਉਹਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ, JP ਨੱਡਾ ਹੋਰਾਂ ਨੂੰ ਮਿਲਣਾ ਹੈ, ਔਰ ਐਤਵਾਰ ਸੋਮਵਾਰ ਤੱਕ ਉਹਨਾਂ ਦਾ ਗੱਠਜੋੜ ਆ ਜਿਹੜਾ ਉਹ ਨੇਪਰੇ ਚੜ੍ਹਨ ਵਾਲੇ ਪਾਸੇ ਨੂੰ ਵਧਣਾ ਹੈ। ਉਧਰੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਉਧਰ ਨੂੰ ਨੇੜਤਾ ਜਾ ਰਹੀ ਹੈ। ਸੋ ਵਾਕਈ ਕਾਫੀ ਲਾਈਨਾਂ ਨੇ ਜਿਹੜੀਆਂ ਉਹ ਇਸ ਰੂਪ ਦੇ ਵਿੱਚ ਲੱਗ ਰਹੀਆਂ ਨੇ। ਸੋ ਮਨਜਿੰਦਰ ਸਿੰਘ ਸਿਰਸਾ ਕਿਸਾਨ ਸੰਘਰਸ਼ ਦੇ ਦੌਰਾਨ ਇੱਕ ਵੱਡੇ ਚਿਹਰੇ ਦੇ ਤੌਰ ਦੇ ਉੱਤੇ ਸਾਹਮਣੇ ਆਏ ਸੀ। ਅੱਜ ਸਿੰਘੂ ਬਾਰਡਰ ਦੇ ਉੱਤੇ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਅੱਜ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਕੰਗਨਾ ਰਣੌਤ ਦੇ ਖਿਲਾਫ ਬਹੁਤ ਬੋਲਿਆ ਸੀ ਮਨਜਿੰਦਰ ਸਿਰਸਾ। ਅੱਜ ਕੰਗਨਾ ਰਣੌਤ ਵੀ ਭਾਜਪਾ 'ਚ ਤੇ ਮਨਜਿੰਦਰ ਸਿੰਘ ਸਿਰਸਾ ਵੀ ਭਾਜਪਾ 'ਚ। ਹੁਣ ਕੀ ਕਾਰਵਾਈ ਕਰਾਉਣਗੇ? ਸੋ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਬਹੁਤ ਵਿਸ਼ਵਾਸ ਸੀ ਸਿੱਖ ਭਾਈਚਾਰੇ ਨੂੰ। ਗਿੱਲ ਸਾਹਿਬ, ਐਂ ਲੱਗਦਾ ਸੀ ਕਿ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਸਿੱਖ ਚਿਹਰੇ ਦੇ ਤੌਰ ਦੇ ਉੱਤੇ ਉੱਭਰ ਸਕਦਾ ਮਨਜਿੰਦਰ ਸਿਰਸਾ, ਜਿੰਨੀ ਉਹਨੇ ਕੰਮ ਕੀਤਾ ਕਿਸਾਨ ਸੰਘਰਸ਼ ਦੇ ਦੌਰਾਨ। ਪਰ ਹੁਣ ਪਤਾ ਲੱਗਦਾ ਨਾ ਕਿ ਉਹ ਕਿਵੇਂ ਛਡਾ ਲਿਆਉਂਦਾ ਸੀ ਭੱਜ ਕੇ ਜਾ ਕੇ, ਕਿਵੇਂ ਜਾਂਦਾ ਸੀ। ਉਹ ਅੰਦਰ ਖਾਤੇ ਤਿਆਰੀਆਂ ਤਾਂ ਪਹਿਲਾਂ ਨਹੀਂ ਕਿਤੇ ਨਾ ਕਿਤੇ ਹੋਣਗੀਆਂ, ਤਾਂ ਹੀ ਉਸ ਪਾਸੇ ਨੂੰ ਰਾਹ ਤੁਰਦਾ, ਨਹੀਂ ਤਾਂ ਅਗਲਾ ਕਹਿੰਦਾ ਵੀ ਖੜੇ ਨਹੀਂ ਚੜ੍ਹਨ ਦਿੰਦਾ ਕਿਸੇ ਨੂੰ। ਸੋ ਇਸ ਵਿਸ਼ੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਬੋਲੇ ਨੇ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬੋਲੇ ਨੇ, ਔਰ ਉਹਨਾਂ ਦੋਨਾਂ ਨੇ ਇਹ ਕਿਹਾ ਗਾ ਕਿ ਦਬਾਅ ਪਾ ਕੇ ਤੇ ਜੇਲ੍ਹ ਦਾ ਡਰ ਦਿਖਾ ਕੇ ਭਾਜਪਾ ਜਿਹੜੀ ਆ ਉਹ ਜੁਆਇਨ ਕਰਾਈ ਗਈ ਹੈ ਮਨਜਿੰਦਰ ਸਿੰਘ ਸਿਰਸਾ ਨੂੰ। ਮਨਜਿੰਦਰ ਸਿੰਘ ਸਿਰਸਾ ਪ੍ਰਤੀ ਦੋਵਾਂ ਦਾ ਹੀ ਰਵੱਈਆ ਗਾ ਜਿਹੜਾ ਉਹ ਨਰਮ ਰਿਹਾ। ਸੁਖਬੀਰ ਬਾਦਲ ਨੇ ਕਿਹਾ ਗਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਉਹਨਾਂ ਨੇ ਆਪਣੀ ਮਰਜ਼ੀ ਦੇ ਮੈਂਬਰ ਖੜੇ ਕੀਤੇ, ਪਰ ਜਦੋਂ ਅਕਾਲੀ ਦਲ ਦੇ ਨੁਮਾਇੰਦੇ ਜਿੱਤ ਗਏ ਤਾਂ 11 ਮੈਂਬਰਾਂ ਨੂੰ ਤੋੜਨ ਦੇ ਲਈ ਭਾਜਪਾ ਨੇ ਪਰਚੇ ਦਰਜ ਕਰਾਏ। ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਰਾ ਦੇ ਉੱਪਰ ਵੀ ਪਰਚਾ ਦਰਜ ਕੀਤਾ। ਸੁਖਬੀਰ ਬਾਦਲ ਕਹਿੰਦੇ ਨੇ ਕਿ ਮਨਜਿੰਦਰ ਸਿਰਸਾ ਨੇ ਦੱਸਿਆ ਸੀ ਬਾਦਲ ਸਾਹਿਬ ਨੂੰ ਕਿ ਮੇਰੇ ਤੇ ਪਰਚਾ ਦਰਜ ਕੀਤਾ ਗਿਆ ਗਾ, ਔਰ ਭਾਜਪਾ ਵਾਲੀ ਹਕੂਮਤ ਕਹਿੰਦੀ ਹੈ ਕਿ ਜਾਂ ਤਾਂ ਅਕਾਲੀ ਦਲ ਛੱਡੋ ਜਾਂ ਗ੍ਰਿਫਤਾਰੀ ਲਈ ਤਿਆਰ ਰਹੋ। ਉਹ ਕਹਿੰਦੇ ਦੁੱਖ ਹੁੰਦਾ ਹੈ ਕਿ ਸਿਰਸਾ ਭਾਜਪਾ ਚਲੇ ਗਏ ਨੇ। ਹਰਮੀਤ ਸਿੰਘ ਕਾਲਕਾ ਉੱਪਰ ਵੀ ਉਹੀ ਪਰਚਾ ਸੀ, ਪਰ ਉਹ ਦਬਾਅ ਸਹਿ ਰਹੇ ਨੇ, ਔਰ ਉਹ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ। ਔਰ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਕਨਪੱਟੀ ਦੇ ਉੱਤੇ ਪਿਸਟਲ ਰੱਖ ਕੇ ਜਾਂ ਰਫਲ ਰੱਖ ਕੇ ਜਿਹੜਾ ਉਹਨਾਂ ਨੂੰ ਇੱਕ ਤਰੀਕੇ ਦਾ ਭਾਜਪਾ ਜੁਆਇਨ ਕਰਾਈ ਗਈ ਆ, ਦਬਾਅ ਪਾ ਕੇ ਜਾਣੀ ਕਿ ਭਾਜਪਾ ਜੁਆਇਨ ਕਰਾਈ ਗਈ ਆ। ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਗਾ ਕਿ ਵਿਦੇਸ਼ੀ ਹੁਕਮਰਾਨ ਜਦੋਂ ਵੀ ਭਾਰਤ ਆਏ ਤਾਂ ਉਹਨਾਂ ਨੇ ਭਾਰਤੀ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਤੇ ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਕਰਮ ਚੁਣ ਲਿਆ। ਉਹ ਕਹਿੰਦੇ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਹੋਈ ਹੈ, ਔਰ ਉਹਨਾਂ ਅੱਗੇ ਪੇਸ਼ਕਸ਼ ਰੱਖੀ ਗਈ ਕਿ ਜਾਂ BJP ਜੁਆਇਨ ਕਰੋ ਜਾਂ ਫਿਰ ਜੇਲ੍ਹ ਜਾਓ, ਔਰ ਉਹ ਕਹਿੰਦੇ ਮਨਜਿੰਦਰ ਸਿੰਘ ਸਿਰਸਾ ਨੇ BJP ਜੁਆਇਨ ਕੀਤੀ। ਉਹ ਕਹਿੰਦੇ ਮੁਗਲਾਂ ਦੌਰਾਨ ਜਾਂ ਵਿਦੇਸ਼ੀ ਹੁਕਮਰਾਨ ਜਦੋਂ ਵੀ ਇੱਥੇ ਆਏ ਉਹਨਾਂ ਨੇ ਇਹੀ ਕੰਮ ਕੀਤਾ ਜੋ ਅੱਜ ਭਾਜਪਾ ਜਿਹੜੀ ਉਹ ਕਰ ਰਹੀ ਹੈਗੀ। ਤੋ ਇਹ ਦੱਸਿਆ ਜਾ ਰਿਹਾ ਜੀ ਇਹਨਾਂ ਦੋਨਾਂ ਆਗੂਆਂ ਦੇ ਵੱਲੋਂ ਕਿ ਦਬਾਅ ਪਾ ਕੇ ਜਿਹੜਾ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ BJP ਜੁਆਇਨ ਕਰਵਾਈ ਗਈ ਹੈ। ਤੋ ਵਾਕਈ ਜੀ ਇਹਨੂੰ ਇਸ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਉਹਨੂੰ ਪਿਛਲੇ ਦਿਨਾਂ ਦੇ ਵਿੱਚ ਭਾਜਪਾ 'ਚੋਂ ਅਕਾਲੀ ਦਲ ਜੁਆਇਨ ਕਰਾਇਆ ਸੀ। ਉਸ ਦਿਨ ਸੁਖਬੀਰ ਬਾਦਲ ਕਹਿ ਰਿਹਾ ਸੀ ਕਿ ਦੇਖਿਓ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ 'ਚ ਵੱਡੀ ਪੱਧਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨਗੇ, ਪਰ ਅੱਜ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਭਾਜਪਾ ਜਿਹੜੀ ਆ ਉਹ ਜੁਆਇਨ ਕਰਵਾਈ ਜਾ ਰਹੀ ਆ। ਜੀ ਗਿੱਲ ਸਾਹਿਬ,
ਅਨਿਲ ਜੋਸ਼ੀ ਤੇ ਸਿਰਸੇ ਹੋਣੀ ਕਦੇ ਦੋਨੇ ਪਾਰਟੀਆਂ ਦੇ ਰਲੇਵੇਂ ਦੇ ਲਈ ਵੀ ਇੱਕ ਖਾਸ ਭੂਮਿਕਾ ਅਦਾ ਕਰ ਸਕਦੇ ਨੇ। ਅੱਛਾ, ਇਹਦੇ ਨਾਲ ਹੀ ਇਹ ਦੱਸਿਓ ਕਿ ਰੋਹਤਕ 'ਚ ਜਾਟਾਂ ਦੇ ਏਰੀਏ ਦੇ ਵਿੱਚ ਰੀਵਨਾਂ ਵਾਲੀ ਕਾਰ ਦੇ ਵਿੱਚੋਂ ਉਹਨੂੰ ਰੋਕ ਕੇ ਲਾੜੀ ਦੇ ਗੋਲੀਆਂ ਮਾਰਤੀਆਂ ਜੀ, ਕਾਹਦੇ ਲਈ? ਜੀ ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਗੱਲ ਹੈ ਜਿਹੜੀ ਉਹ ਹਰਿਆਣਾ ਦੇ ਵਾਪਰੀ ਆ ਰੋਹਤਕ ਦੇ ਵਿੱਚ। ਔਰ ਉੱਥੇ ਰੀਵਨ ਵਾਲੀ ਕਾਰ ਦੇ ਵਿੱਚੋਂ ਲਾੜੇ ਨੂੰ ਕੱਢ ਕੇ ਬਾਹਰ ਸੁੱਟਤਾ। ਪਹਿਲਾਂ ਗੱਡੀ ਨੂੰ ਓਵਰਟੇਕ ਕੀਤਾ ਬਦਮਾਸ਼ਾਂ ਨੇ, ਲਾੜੇ ਨੂੰ ਕੱਢ ਕੇ ਬਾਹਰ ਸੁੱਟਿਆ ਫਿਲਮੀ ਅੰਦਾਜ਼ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਲਾੜੀ ਆ ਉਹਦੇ 3 ਗੋਲੀਆਂ ਜਿਹੜੀਆਂ ਉਹ ਮਾਰੀਆਂ, ਉਹਨੂੰ ਜ਼ਖਮੀ ਹਾਲਤ ਦੇ ਵਿੱਚ PGI ਰੋਹਤਕ ਦਾਖਲ ਕਰਾਇਆ ਗਿਆ ਗਾ। ਔਰ ਇਹ ਪਿੰਡ ਭਾਲੀ ਦੇ ਨੌਜਵਾਨ ਦੇ ਨਾਲ ਜਿਹੜਾ ਵਿਆਹ ਗਾ ਉਹ ਹੋਇਆ ਸੀਗਾ ਔਰ ਨੌਜਵਾਨ ਨਾਲ ਲਿਜਾ ਰਿਹਾ ਸੀਗਾ। ਔਰ ਗੋਲੀਆਂ ਮਾਰਨ ਵਾਲਾ ਗਿੱਲ ਸਾਹਿਬ ਦੱਸਿਆ ਜਾ ਰਿਹਾ ਕਿ ਉਸ ਲੜਕੀ ਦਾ ਜਿਹੜਾ ਉਹ ਕਥਿਤ ਪ੍ਰੇਮੀ ਦੱਸਿਆ ਜਾ ਰਿਹਾ ਹੈਗਾ। ਔਰ ਉਹਨੇ ਕਿਹਾ ਕਿ ਜੇ ਮੇਰੀ ਨਹੀਂ ਤਾਂ ਕਿਸੇ ਹੋਰ ਦੀ ਨਹੀਂ, ਔਰ ਉਹਨੇ ਉਹਦੇ ਗੋਲੀਆਂ ਮਾਰ ਦਿੱਤੀਆਂ। ਇਹ ਬੜੀ ਮੰਦਭਾਗੀ ਗੱਲ ਹੈ ਜੀ ਕਿ ਅੱਜ ਵੀ ਇਹ ਸਾਰਾ ਕੁਝ ਜਿਹੜਾ ਉਹ ਵਾਪਰ ਰਿਹਾ ਹੈਗਾ ਜੀ। SPS ਓਬਰਾਏ ਨੂੰ ਕੀ ਸਤਿਕਾਰ ਦਿੱਤਾ ਜੀ ਪੰਜਾਬ ਸਰਕਾਰ ਨੇ? ਜੀ ਪੰਜਾਬ ਸਰਕਾਰ ਨੇ ਸਲਾਹਕਾਰ ਨਿਯੁਕਤ ਕਰ ਲਿਆ ਜੀ ਉਹਨਾਂ ਨੂੰ। ਔਰ ਇਹ ਵੱਡੀ ਗੱਲ ਹੈਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਰਚਾ SP ਸਿੰਘ ਓਬਰਾਏ ਦੀ ਕਾਫੀ ਚੱਲੀ ਸੀ। SP ਸਿੰਘ ਓਬਰਾਏ ਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ SP ਸਿੰਘ ਓਬਰਾਏ ਸਾਹਿਬ ਨੂੰ ਜਿਹੜਾ ਉਹ ਆਮ ਆਦਮੀ ਪਾਰਟੀ ਅਪਰੋਚ ਕਰ ਰਹੀ ਆ ਕਿ ਆਓ ਤੁਸੀਂ ਇੱਥੇ CM ਦੇ ਕੈਂਡੀਡੇਟ ਬਣੋ। ਪਰ ਦੱਸਿਆ ਜਾ ਰਿਹਾ ਸੀਗਾ ਕਿ ਉਹ ਇਸ ਪਾਸੇ ਨੂੰ ਨਹੀਂ ਆ ਰਹੇ ਔਰ ਉਹਨਾਂ ਦਾ ਕਹਿਣਾ ਕਿ ਮੈਂ ਆਪਣਾ ਜੋ ਕੰਮ ਕਰ ਰਿਹਾ ਮੈਂ ਆਪਣਾ ਉਹੀ ਕੰਮ ਆ ਜਿਹੜਾ ਉਹ ਕਰਦਾ ਰਹਾਂਗਾ। ਪਰ ਉਸ ਤੋਂ ਬਾਅਦ ਗਿੱਲ ਸਾਹਿਬ ਹੁਣ ਪਤਾ ਲੱਗ ਰਿਹਾ ਗਾ ਕਿ ਉਹਨਾਂ ਤੱਕ ਚੰਨੀ ਸਰਕਾਰ ਨੇ ਜਿਹੜੀ ਪਹੁੰਚ ਕੀਤੀ ਔਰ ਚੰਨੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਆਨਰੇਰੀ ਸਲਾਹਕਾਰ ਪੰਜਾਬ ਸਰਕਾਰ ਦਾ ਉਹ ਨਿਯੁਕਤ ਕਰ ਦਿੱਤਾ ਗਾ ਜੀ। ਕਈ ਅਹਿਮ ਮਸਲਿਆਂ ਦੇ ਵਿੱਚ ਉਹਨਾਂ ਦੀ ਪੰਜਾਬ ਸਰਕਾਰ ਹੈਗੀ ਜਿਹੜੀ ਉਹ ਸਲਾਹ ਲਿਆ ਕਰੂਗੀ। ਸੋ ਇਹ ਵੱਡੀ ਨਿਯੁਕਤੀ ਜਿਹੜੀ ਉਹਨਾਂ ਦੀ ਉਹ ਕਹੀ ਜਾ ਸਕਦੀ ਆ ਜੀ। ਸੁਪਰੀਮ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਕੀ ਕਿਹਾ ਜੀ ਪ੍ਰਦੂਸ਼ਣ ਬਾਰੇ? ਇਹ ਸਭ ਪ੍ਰਦੂਸ਼ਣ ਉੱਥੇ ਬਹੁਤ ਵੱਧ ਗਿਆ। ਦੇਖੋ ਇਹ ਪਹਿਲਾਂ ਤਾਂ ਸਾਰਾ ਜਿਹੜਾ ਰੇੜਕਾ ਗਾ ਉਹ ਕਿਸਾਨਾਂ ਦੇ ਸਿਰ ਮੜ ਦਿੱਤਾ ਜਾਂਦਾ ਸੀ ਕਿ ਪਰਾਲੀ ਦੇ ਨਾਲ ਪੋਲਿਊਸ਼ਨ ਹੋ ਗਿਆ ਜੀ, ਇਹਦੇ ਲਈ ਕਿਸਾਨ ਜ਼ਿੰਮੇਵਾਰ ਆ। ਪਰ ਐਤਕੀ ਜਿਹੜਾ ਹੁਣ ਹਲਫੀਆ ਬਿਆਨ ਸੈਂਟਰ ਗੌਰਮੈਂਟ ਨੇ ਦਿੱਤਾ ਅਦਾਲਤ ਦੇ ਵਿੱਚ, ਉਹਦੇ 'ਚ ਉਹਨਾਂ ਨੇ ਕਿਹਾ ਕਿ ਤਾਂ ਕੋਈ ਖਾਸ ਜ਼ਿੰਮੇਵਾਰੀ ਨਹੀਂ ਹੈਗੀ। ਮੇਨ ਜ਼ਿੰਮੇਵਾਰੀ ਹੈ ਜਿਹੜੀ ਪੋਲਿਊਸ਼ਨ ਦੇ ਲਈ ਉਹ ਤਾਂ ਇੰਡਸਟਰੀ ਆ, ਵਹੀਕਲ ਨੇ, ਉਹ ਇੱਥੋਂ ਦਾ ਜਿਹੜਾ ਇਨਵਾਇਰਮੈਂਟ ਨਾਲ ਛੇੜਛਾੜ ਹੋ ਰਹੀ ਆ ਉਹ ਕਾਰਨ ਨੇ। ਕਿਸਾਨ ਤਾਂ 5-10% ਵਾਲੀ ਸਥਿਤੀ ਦੇ ਵਿੱਚ ਨੇ। ਤਾਂ ਉਦੋਂ ਬਾਅਦ ਹੁਣ ਸੁਪਰੀਮ ਕੋਰਟ ਕਾਫੀ ਸਖਤ ਦਿਖਾਈ ਦੇ ਰਹੀ ਹੈ ਜੀ। ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਕਿਹਾ ਕਿ 24 ਘੰਟਿਆਂ ਦੇ ਵਿੱਚ ਜਾਂ ਤਾਂ ਮਸਲੇ ਦਾ ਹੱਲ ਕਰੋ, ਅਦਰਵਾਈਜ਼ ਅਗਲੇ ਹੁਕਮਾਂ ਲਈ ਤਿਆਰ ਰਹੋ। ਜਿਸ ਤੋਂ ਬਾਅਦ ਦਿੱਲੀ ਦੀ ਸਰਕਾਰ ਨੇ ਹੋਰ ਤਾਂ ਕੋਈ ਸਰਿਆ ਨਹੀਂ। ਗਿੱਲ ਸਾਹਿਬ ਕੱਲ੍ਹ ਤੋਂ ਸਕੂਲ ਬੰਦ ਕਰਤੇ ਔਰ ਅਣਮਿੱਥੇ ਸਮੇਂ ਦੇ ਲਈ ਕੱਲ੍ਹ ਤੋਂ ਅਗਲੇ ਹੁਕਮਾਂ ਤੱਕ ਜਿਹੜੇ ਦਿੱਲੀ ਦੇ ਸਾਰੇ ਸਕੂਲ ਨੇ ਉਹ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਨੇ। ਸੋ ਇਹ ਦਿੱਲੀ ਦੇ ਵਿੱਚ ਗਿੱਲ ਸਾਹਿਬ ਜਿਹੜਾ ਮਾਡਲ ਆ ਨਾ, ਦੇਖੋ ਚੀਨ ਦੇ ਵਿੱਚ ਆਬਾਦੀ ਤਾਂ ਚੀਨ 'ਚ ਵੀ ਵੱਧ ਹੈ, ਚੀਨ 'ਚ ਵੀ ਬਹੁਤ ਸ਼ਹਿਰ ਨੇ ਜਿਨ੍ਹਾਂ 'ਚ ਦਿੱਲੀ ਤੋਂ ਵੀ ਸੰਘਣੀ ਆਬਾਦੀ ਆ, ਪਰ ਉੱਥੇ ਪ੍ਰਦੂਸ਼ਣ ਦੀ ਸਮੱਸਿਆ ਨਹੀਂ ਹੈ ਏਡੀ ਵੱਡੀ, ਆਬਾਦੀ ਵੀ ਸਭ ਤੋਂ ਵੱਧ ਹੈ ਕਿਉਂਕਿ ਉਹਨਾਂ ਨੇ ਉਸ ਤਰੀਕੇ ਦੀ ਡਿਵੈਲਪਮੈਂਟ ਕੀਤੀ ਹੋਈ ਹੈ ਕਿ ਪ੍ਰਦੂਸ਼ਣ ਤੋਂ ਰਾਹਤ ਮਿਲੇ। ਉਹ ਉੱਥੇ ਐਵੇਂ ਨਹੀਂ ਇੱਕ ਲੀਡਰ ਜਾਂਦਾ ਨਾਲ 70 ਗੱਡੀਆਂ ਤੁਰੀਆਂ ਫਿਰਦੀਆਂ ਨੇ। ਉੱਥੇ ਐਵੇਂ ਨਹੀਂ ਕਿ ਇੱਕ ਘਰ ਦੇ ਵਿੱਚ 4 ਗੱਡੀਆਂ ਨੇ ਬਿਨਾਂ ਗੱਲ ਤੋਂ ਡੱਕਰੀ ਫਿਰੋ। ਉੱਥੇ ਸਾਈਕਲਾਂ ਦੇ ਉੱਤੇ ਵੀ ਲੋਕ ਸਿੰਪਲ ਜ਼ਿੰਦਗੀ ਜਿਉਂਦੇ ਨੇ। ਸੋ ਇਹ ਸਭ ਤੋਂ ਪਹਿਲਾਂ ਲੀਡਰਾਂ ਤੋਂ ਸ਼ੁਰੂ ਕਰਨਾ ਪਊ ਨਾ। ਹੁਣ ਦਿੱਲੀ ਦੇ ਵਿੱਚ ਜਿਹੜਾ ਵੀ ਜਾਂਦਾ, ਕੱਲ੍ਹ 3 ਜਣੇ ਗਏ ਸੀ ਮਿਲਣ, ਸੁਨੀਲ ਜਾਖੜ, ਨਵਜੋਤ ਸਿੱਧੂ, ਚਰਨਜੀਤ ਚੰਨੀ। ਹੁਣ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਗਈਆਂ ਹੋਣਗੀਆਂ ਔਰ ਕਿੰਨੇ ਲੋਕ ਘੰਟੇ ਬਾਅਦ ਏਡੇ ਵੱਡੇ ਲੀਡਰ ਉੱਥੇ ਤੁਰੇ ਫਿਰਦੇ ਨੇ। ਸੋ ਇਸ ਕਰਕੇ ਇਹ ਵੀ ਇੱਕ ਕਾਰਨ ਨੇ ਇਹਨਾਂ ਵਾਲੇ ਪਾਸੇ ਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ। ਧੰਨਵਾਦ ਜੀ। ਤੇ ਕੱਲ੍ਹ ਸਵੇਰੇ ਫੇਰ 7:20 ਤੇ ਤੁਹਾਡੇ ਨਾਲ ਗੱਲਬਾਤ ਹੋਏਗੀ। ਧੰਨਵਾਦ ਤੇ ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਕੈਨੇਡਾ ਦੀ ਰਾਜਨੀਤੀ ਦੇ ਵਿੱਚ ਮਹਿੰਗਾਈ ਦਾ ਵਿਸ਼ਾ ਬਹੁਤ ਵੱਡਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਤੇ 2 ਲੀਡਰ ਦੋਨੇ ਪ੍ਰਮੁੱਖ ਪਾਰਟੀਆਂ ਦੇ, ਲਿਬਰਲ ਦੇ ਤੇ ਕੰਜ਼ਰਵੇਟਿਵ ਦੇ, ਉਹ ਕ੍ਰਿਸਟੀਆ ਫਰੀਲੈਂਡ ਤੇ ਪੀਅਰ ਪੋਲੀਵਰ ਜਿਹੜੇ ਨੇ, ਪੀਅਰ ਪੋਲੀਵਰ ਉਹ ਜਿਹੜੇ ਨੇ ਉਹ ਸਿੱਧੇ ਹੀ ਹੋਣਗੇ। ਤੇ ਉਹਨਾਂ
ਦੀ ਜਗ੍ਹਾ ਵੀ ਪਾਰਟੀ ਦੇ ਵਿੱਚ ਹੋ ਸਕਦੀ ਹੈ ਕਿ ਜੇ ਮੌਜੂਦਾ ਲੀਡਰ ਸਟੈਪ ਡਾਊਨ ਕਰਦੇ ਨੇ ਕਦੇ ਜਾਂ ਕਰਾਇਆ ਜਾਂਦਾ ਐਰਨ ਟੂਲ ਤੇ ਟਰੂਡੋ, ਤਾਂ ਫਿਰ ਇਹ ਦੋਨੇ ਹੀ ਅਗਲੇ ਜਿਹੜੇ ਨੇ ਉਹ ਦਾਅਵੇਦਾਰ ਨੇ। ਸਟੀਫਨ ਹਾਰਪਰ ਦਾ ਜਿਹੜਾ ਇੱਕ ਤਕੜਾ ਜਿਹੜਾ ਲੜਾਕੂ ਲੈਫਟੀਨੈਂਟ ਸੀ ਉਹ ਮਿਸਟਰ ਪੋਲੇਵਰ ਸੀ, ਅਤੇ ਹੁਣ ਵੀ ਉਹਨਾਂ ਦੀ ਜਿਹੜੀ ਪਕੜ, ਉਹਨਾਂ ਦੀ ਗੱਲਬਾਤ, ਐਰਨ ਟੂਲ ਨੇ ਉਹਨਾਂ ਦੀ ਵੱਧਦੀ ਜਿਹੜੀ ਸ਼ਕਤੀ ਵੇਖ ਕੇ ਉਹਨਾਂ ਨੂੰ ਗੁੱਠੇ ਲਾਉਣ ਦਾ ਯਤਨ ਕੀਤਾ, ਪਰ ਪਰਸਨੈਲਿਟੀ ਹੈ ਜਿਹੜੀ, ਵਿਅਕਤੀਤਵ ਆ ਜਿਹੜਾ ਐਰਨ ਟੂਲ ਤੋਂ ਮਿਸਟਰ ਪੋਲੇਵਰ ਦਾ ਬਹੁਤ ਉੱਪਰ ਹੈ, ਅਤੇ ਉਸ ਨੂੰ ਸੰਭਾਵੀ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਵੀ ਕੈਨੇਡੀਅਨਸ ਵੇਖਦੇ ਨੇ। ਕ੍ਰਿਸਟੀਆ ਫਰੀਲੈਂਡ ਦੇ ਕੋਲ ਮੇਜਰ ਫਾਈਲਸ ਜਿਹੜੀਆਂ ਨੈਫਟਾ ਵਗੈਰਾ ਦੀਆਂ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਗਈ ਜਦ ਉਹਨਾਂ ਦਾ ਰੁਤਬਾ ਵੱਧਦਾ ਗਿਆ, ਤਾਂ ਟਰੂਡੋ ਨੇ ਤਾਂ ਉਸ ਦੇ ਜੈਰਾਲਡ ਬਟਸ ਅਤੇ ਕੈਥੀ ਟੈਲਫਰਡ ਵਗੈਰਾ ਨੇ ਕੋਸ਼ਿਸ਼ ਕੀਤੀ ਵੀ ਉਹੋ ਜਿਹਾ ਭਰਿੰਡਾਂ ਦਾ ਖੱਖਰ ਵਾਲੀਆਂ ਫਾਈਲਾਂ ਦੇ ਦਿਓ, ਆਪੇ ਲੜੀ ਜਾਓ, ਧੱਫੜ ਪਵਾਈ ਜਾਓ, ਪਰ ਉਹਨਾਂ ਦੇ ਵਿੱਚੋਂ ਉਹ ਨਿਕਲ ਗਏ। ਨੈਫਟਾ ਦਾ ਬਹੁਤ ਵੱਡਾ ਇੱਕ ਇਸ਼ੂ ਸੀ। ਸੋ ਜਿਹੜਾ ਤੁਹਾਡਾ ਵਿਅਕਤੀਤਵ ਹੁੰਦਾ, ਕੰਮ ਜਿਹੜਾ ਮਰਜ਼ੀ ਹੋਵੇ ਉਹਦੇ ਵਿੱਚੋਂ ਬੰਦਾ ਨਿਕਲ ਜਾਂਦਾ। ਸੋ ਹੁਣ ਜਿਹੜੀ ਗੱਲ ਹੋ ਰਹੀ ਹੈ, ਨੀਤੀ ਘਾੜੇ ਜਿਸ ਵੱਲ ਨੂੰ ਵੇਖ ਰਹੇ ਆ, ਉਹ ਇਹ ਵੇਖ ਰਿਹਾ ਕਿ ਇਹ ਲੀਡਰ ਦੋ ਵਿਸ਼ਿਆਂ 'ਤੇ ਵੀ ਲੜਨਗੇ। ਮਹਿੰਗਾਈ ਬਹੁਤ ਵੱਡਾ ਮੁੱਦਾ ਬਣ ਕੇ ਉੱਭਰ ਰਹੀ ਹੈ ਕੈਨੇਡਾ ਦੇ ਵਿੱਚ। ਆਉਣ ਵਾਲੇ ਸਮੇਂ 'ਚ ਮਹਿੰਗਾਈ ਲੱਕ ਤੋੜੇਗੀ, ਲੱਕ ਤੋੜ ਰਹੀ ਹੈ। 5-5, 6-6 ਡਾਲਰ ਜਿਹੜੀਆਂ ਕੀਮਤਾਂ ਇੱਕ ਪਰਟੀਕੂਲਰ ਕੋਈ ਜਿਹੜੀ ਤੁਸੀਂ ਚੀਜ਼ ਵੇਖੋ, ਡਾਲਰ ਤੋਂ ਲੈ ਕੇ $5, $7, $10 ਤੱਕ। ਹਾਲੇ ਤਾਂ ਹੋਰ ਵੇਖਿਓ ਤੁਸੀਂ, ਅਸੀਂ ਲੋਕਲ ਗਰਮੀ ਦੇ ਵਿੱਚ ਜਿਹੜੀਆਂ ਸਬਜ਼ੀਆਂ ਸਾਡੀ BC ਗਰੋਨ ਆਉਣੀਆਂ ਸੀ, ਉਹਦੇ ਤੋਂ ਸਾਨੂੰ ਬਹੁਤ ਤੰਗੀ ਹੋਣੀ ਹੈ, ਕਿਉਂਕਿ ਵੱਡੇ ਫਾਰਮ ਸਨ ਐਬਸਫੋਰਡ ਦੇ ਸੋਮਸ ਪ੍ਰੇਰੀ ਦੇ ਵਿੱਚ ਜਿਹੜੇ ਬਰਬਾਦ ਹੋ ਗਏ, ਸਬਜ਼ੀਆਂ ਖਤਮ ਹੋ ਗਈਆਂ। ਉਹ ਆਪਣੇ ਆਪ ਨੂੰ $2000 ਲੈ ਕੇ ਅਸੀਂ ਖੁਸ਼ ਬਹੁਤ ਸੀ ਉਸ ਸਮੇਂ ਵੀ ਚੱਕ ਦਿਆਂਗੇ ਕੰਮ, ਕਰ ਦਿਆਂਗੇ ਕੰਮ, ਅਤੇ ਕੱਢਣੇ ਕਿਹਦੇ ਕੋਲੋਂ? ਕਾਰਬਨ ਟੈਕਸ ਜਿਹੜਾ ਹੈ ਤੁਹਾਡੇ ਗੈਸੋਲੀਨ 'ਤੇ ਵੱਧ ਰਿਹਾ ਹੈ ਅਗਲੇ ਅਪ੍ਰੈਲ ਤੱਕ 60 ਸੈਂਟ 65 ਸੈਂਟ ਇੱਕ ਲੀਟਰ ਪਿੱਛੋਂ ਤੁਹਾਡਾ ਗੈਸ 'ਤੇ ਕਾਰਬਨ ਟੈਕਸ ਜਾਣਾ। ਉਹਦੇ ਪਿੱਛੇ ਲੁਕ ਕਿਵੇਂ ਰਹੀ ਹੈ ਸਰਕਾਰ ਕਿ ਅਸੀਂ ਇਸ ਗੱਲ ਨੂੰ ਥੱਲੇ ਕਰ ਰਹੇ ਹਾਂ ਕਿ ਕਨਵੈਨਸ਼ਨਲ ਕਾਰਾਂ ਜਿਹੜੀਆਂ ਗੈਸ ਵਾਲੀਆਂ ਉਹ ਲੋਕ ਬੰਦ ਕਰਕੇ ਇਲੈਕਟ੍ਰਿਕ ਕਾਰਾਂ ਲੈ ਲੈਣ। ਇਲੈਕਟ੍ਰਿਕ ਕਾਰਾਂ ਕਿਵੇਂ ਲੈ ਲੈਣ, ਕਿੱਥੋਂ ਲੈ ਲੈਣ ਇਲੈਕਟ੍ਰਿਕ ਕਾਰਾਂ? ਕਿਸੇ ਨੇ 20,000 ਦੀ ਗੱਡੀ ਲਈ ਆ, ਅੱਜ ਉਹ ਚਾਹੇ 5,000 ਦੀ ਉਹਦਾ ਬੁੱਤਾ ਲਾ ਰਹੀ ਹੈ, ਅਤੇ ਖੜੇ ਪਰ 35,000 ਉਹ ਕਿੱਥੇ ਲਾਵੇ? ਅਤੇ ਕੋਈ ਬ੍ਰਾਂਡ ਸਾਡਾ ਕੈਨੇਡਾ ਦੇ ਹੈ ਨਹੀਂ, ਕੋਈ ਇੰਡਸਟਰੀ ਹੈ ਨਹੀਂ। ਮੈਂ ਤਾਂ ਕਦੇ ਕਦੇ ਇਹ ਸੋਚਦਾ ਜਿਹੜਾ 5-4 ਲੱਖ ਬੰਦਾ ਸਾਲ ਦਾ ਆਉਂਦਾ ਨਾ, ਇਹੀ ਵੱਡੀ ਇੰਡਸਟਰੀ ਆ ਸਾਡੀ। ਤਾਂ ਕੋਈ 5 ਲੱਖ ਚੱਕੀ ਆਉਂਦਾ, ਕੋਈ ਮਿਲੀਅਨ ਚੱਕੀ ਆਉਂਦਾ, ਇਹੀ ਤੋਰੀ ਫੁਲਕਾ ਚਲਾ ਰਹੇ ਨੇ 4 ਲੱਖ ਜਿਹੜਾ ਬੰਦਾ ਆਉਂਦਾ। ਤਾਂ ਹੀ ਤਾਂ ਮਿਨਿਸਟਰ ਕਹਿੰਦੇ ਨੇ ਕਿ ਇਹ ਤਾਂ ਲੰਬਰ ਇੰਡਸਟਰੀ ਤੋਂ ਵੱਧ ਪੈਸਾ ਕਮਾਉਂਦੇ ਨੇ। ਵਿਦਿਆਰਥੀ $20 ਬਿਲੀਅਨ ਸਾਲ ਦਾ ਲੈ ਕੇ ਆ ਰਹੇ ਨੇ, ਅਤੇ ਵੱਡੀਆਂ ਜਿਹੜੀਆਂ ਫੰਡਿੰਗਸ ਯੂਨੀਵਰਸਿਟੀ ਦੀਆਂ ਬੰਦ ਕਰ ਦਿੱਤੀਆਂ, ਅੱਧੋਂ ਵੱਧ ਪਬਲਿਕ ਯੂਨੀਵਰਸਿਟੀ ਦੀਆਂ, ਕਿਉਂਕਿ ਦੇਸ਼ ਦੇ ਵਿੱਚ ਕੋਈ ਤੁਸੀਂ ਦੇਖੋ ਮੈਨੂਫੈਕਚਰਿੰਗ ਕੋਈ ਵੱਡਾ ਪਲਾਂਟ, ਆਇਲ ਐਂਡ ਗੈਸ ਇੰਡਸਟਰੀ, ਚਲੋ ਤੇਲ ਨਿਕਲਦਾ ਫੋਰਟ ਮੈਕ ਦੇ ਵਿੱਚੋਂ, ਟਾਰ ਸੈਂਡ, ਪਰ ਉਹਦੇ ਪ੍ਰੋਡਕਟਸ ਜਿਹੜੇ ਨੇ, ਜਾਂ ਤੁਸੀਂ ਵੇਖ ਲਓ ਕਰੂਡ ਆਇਲ ਸ਼ਿਪ ਕਰਦੇ ਨੇ ਇੱਥੋਂ, ਅਤੇ ਪਰਲੇ ਬੰਨੇ ਫਰਨਡੇਲ ਦੇ ਪਾਣੀ ਦੇ ਕੰਢੇ ਲੱਗੀ ਆਪਣੇ ਰਿਫਾਈਨਰੀ ਦੇ ਵਿੱਚੋਂ, ਤੇਲ ਸੋਧਕ ਕਾਰਖਾਨੇ ਦੇ ਵਿੱਚੋਂ ਜੈਟ ਫਿਊਲ ਸਾਫ਼ ਹੋ ਕੇ ਵਾਪਸ ਆ ਜਾਂਦਾ। ਕੋਈ ਮੈਨੂਫੈਕਚਰਿੰਗ ਪਲਾਂਟ ਵੱਡਾ ਨਹੀਂ, ਕੋਈ ਕਾਰ ਦਾ ਆਪਣਾ ਬ੍ਰਾਂਡ ਨਹੀਂ। ਇੱਦੋਂ ਤਾਂ ਜਿਹਨਾਂ ਡਿਵੈਲਪਿੰਗ ਨੇਸ਼ਨਸ ਕਹਿੰਦੇ ਹੋ ਉਹਨਾਂ ਨੂੰ ਜਾ ਕੇ ਦੇਖਿਓ ਟਾਟਾ ਵਾਲੇ ਕਿਵੇਂ ਸਫਾਰੀਆਂ ਵੇਚਦੇ ਅਤੇ ਕਿਵੇਂ ਇੰਡੀਕਾ ਵੇਚਦੇ ਆ, ਕਿਵੇਂ ਮਹਿੰਦਰਾ ਵਾਲਿਆਂ ਦੀਆਂ ਜੀਪਾਂ ਚੱਲਦੀਆਂ, ਅਤੇ ਕੀ ਕੁਛ ਹੈ ਉੱਥੇ। ਚਲੋ ਮਰੂਤੀ ਬਾਹਰਲੀ ਸਹੀ, ਪਰ ਫਿਰ ਵੀ ਮੋਟਰਸਾਈਕਲ ਵੇਖੋ, ਅਤੇ ਇੱਧਰ ਕੈਨੇਡਾ ਦੇ ਵਿੱਚ ਕੋਈ ਆਪਣਾ ਬ੍ਰਾਂਡ ਮੋਟਰਸਾਈਕਲ ਦਾ ਵੀ ਹੈ ਨਹੀਂ। ਤੁਸੀਂ ਵੇਖੋ ਸਹੀ, ਮਤਲਬ ਹੈ ਵੀ ਕੌਣ ਕਿੱਥੋਂ ਚੱਲੂ? ਸਿਰਫ ਜਿਹੜਾ 4 ਲੱਖ ਬੰਦਾ ਆਉਂਦਾ ਹੈ ਜਿਹਨੂੰ ਇਮੀਗ੍ਰੇਸ਼ਨ ਦਿੰਦੇ ਆ, ਉਹ ਸਭ ਤੋਂ ਵੱਧ ਪੈਸਾ ਧੇਲਾ ਲੈ ਕੇ ਆ ਰਿਹਾ, ਵਿਦਿਆਰਥੀ ਲੈ ਕੇ ਆ ਰਹੇ ਨੇ, ਤਾਂ ਸਾਰਾ ਕੁਝ ਚੱਲਦਾ। ਪਰ ਮਹਿੰਗਾਈ ਲੱਕ ਤੋੜ ਦੇਗੀ, ਲੱਕ ਆਉਣ ਵਾਲੇ 2 ਸਾਲਾਂ 'ਚ ਤੁਸੀਂ ਵੇਖਿਓ। ਅਗਲੀ ਜਿਹੜੀ ਇਲੈਕਸ਼ਨ ਹੋਣੀ ਆ ਫੈਡਰਲ ਹੋਏਗੀ ਜਦ ਵੀ,
ਕਿਉਂਕਿ ਮਿਨੋਰਿਟੀ ਗਵਰਨਮੈਂਟ ਆ, 2 ਸਾਲ ਦਾ ਸਮਾਂ ਲਾਉਂਦੇ ਨੇ, 23 ਦੇ ਵਿੱਚ ਕਿਤੇ ਹੋ ਜਾਣੀ ਹੈ। ਉਹਦਾ ਵਿਸ਼ਾ ਸਭ ਤੋਂ ਵੱਡਾ ਜਿਹੜਾ ਹੋਏਗਾ ਉਹ ਮਹਿੰਗਾਈ ਹੋਏਗਾ। ਤੁਸੀਂ ਵੇਖਿਓ ਮੁੱਦਾ ਉਹ ਹੋਏਗਾ। ਸਾਰਿਆਂ ਦਾ ਧੰਨਵਾਦ ਹੈ ਜੀ। ਹੁਣੇ ਹੀ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਤੁਹਾਡੇ ਹੈਲਥ ਕੇਅਰ ਜਿਹੜੀਆਂ ਸਿਹਤ ਸੇਵਾਵਾਂ ਦੇ ਬਾਰੇ। ਮੇਰੇ ਨਾਲ ਸ਼ਾਮਲ ਹੋਣਗੇ ਮਿਸਟਰ ਬਾਕਸ ਬਰੂਆ, ਜਿਹੜੇ ਡਾਇਰੈਕਟਰ ਨੇ ਹੈਲਥ ਪਾਲਿਸੀ ਸਟੱਡੀਜ਼ ਦੇ ਫਰੇਜ਼ਰ ਇੰਸਟੀਚਿਊਟ ਤੋਂ। ਵੇਟਿੰਗ ਪੀਰੀਅਡ ਕੀ ਹੈ, ਵੇਟਿੰਗ ਪੀਰੀਅਡ ਦਾ ਮਤਲਬ ਕੀ ਹੈ, ਅਤੇ ਉਹਨਾਂ ਨੇ ਇਹ ਵੇਟਿੰਗ ਪੀਰੀਅਡ ਕਿੰਨਾ ਅਫੈਕਟ ਕਰ ਰਿਹਾ, ਕਿੰਨੀ ਕਾਸਟ ਕਰ ਰਿਹਾ, ਇਸ 'ਤੇ ਗੱਲਬਾਤ ਹੋਏਗੀ। ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ, ਆਪਾਂ ਪਿਛਲੇ ਕੁਛ 4 ਹਫ਼ਤਿਆਂ ਤੋਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਦੀ IMG ਅਤੇ ਕੈਨੇਡੀਅਨ ਮੈਡੀਕਲ ਗ੍ਰੈਜੂਏਟਸ ਦੀ ਗੱਲ ਕਰ ਰਹੇ ਹਾਂ ਕਿ ਡਾਕਟਰਸ ਦੀ ਸ਼ਾਰਟੇਜ ਹੈ ਜਾਂ ਨਹੀਂ, ਹੈਲਥ ਕੇਅਰ ਸਿਸਟਮ ਦੇ ਵਿੱਚ ਕੀ ਸਨੈਗਸ ਨੇ, ਕੀ ਮੁਸ਼ਕਲਾਂ ਨੇ, ਇਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅੱਜ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਦੇ ਵਿੱਚ ਵੇਟ ਟਾਈਮ ਕੀ ਹੈ, ਵੇਟ ਟਾਈਮ 'ਤੇ ਅੱਜ ਮੇਰੇ ਨਾਲ ਗੱਲ ਕਰਨਗੇ ਮਿਸਟਰ ਬਾਕਸ ਬਰੂਆ। ਬਾਕਸ ਬਰੂਆ ਜੀ ਜਿਹੜੇ ਡਾਇਰੈਕਟਰ ਨੇ ਹੈਲਥ ਪਾਲਿਸੀ ਸਟੱਡੀਜ਼ ਦੇ ਫਰੇਜ਼ਰ ਇੰਸਟੀਚਿਊਟ ਤੋਂ। ਉਹਨਾਂ ਨੇ BA ਆਨਰਸ ਕੀਤੀ ਯੂਨੀਵਰਸਿਟੀ ਆਫ ਦਿੱਲੀ ਤੋਂ, ਰਾਮਜਸ ਕਾਲਜ ਤੋਂ, ਫਿਰ MA ਇਕਨੋਮਿਕਸ ਦੀ ਕੀਤੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ, ਅਤੇ ਬਹੁਤ ਉਹਨਾਂ ਦੇ ਆਰਟੀਕਲ ਛਪੇ ਨੇ, ਬਹੁਤ ਉਹਨਾਂ ਦੀਆਂ ਰਿਸਰਚਸ ਨੇ। ਲੇਟਲੀ ਉਹਨਾਂ ਨੇ ਯੂਨੀਵਰਸਲ ਹੈਲਥ ਕੇਅਰ ਕੰਟਰੀਜ਼ ਦੀਆਂ ਜਿਹੜੀਆਂ ਪਰਫਾਰਮੈਂਸ ਦੇ ਬਾਰੇ ਗੱਲ ਕੀਤੀ, ਪਬਲਿਕ ਹੈਲਥ ਕੇਅਰ ਇੰਸ਼ੋਰੈਂਸ ਦੀ ਗੱਲ ਕੀਤੀ, ਫਾਰਮਾਸਿਊਟੀਕਲ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਇਸ 'ਤੇ ਕੀਤੀ। ਬਹੁਤ ਲੰਮੀ ਲਿਸਟ ਹੈ। ਅੱਜ ਉਹਨਾਂ ਨਾਲ ਜਿਹੜੀ ਮੈਂ ਗੱਲ ਕਰਨੀ ਹੈ ਉਹ ਵੇਟ ਟਾਈਮ 'ਤੇ ਕਰਨੀ ਹੈ। ਵੇਟ ਟਾਈਮ ਬਹੁਤ ਤੰਗ ਕਰ ਰਿਹਾ ਆਪਾਂ ਨੂੰ, ਔਰ ਸਾਰੀ ਮਿਹਨਤ ਹੋ ਰਹੀ ਹੈ। ਇੱਕ ਬਜ਼ੁਰਗ ਨੇ ਘਰਾਂ 'ਚੋਂ, ਉਹਨਾਂ ਦਾ ਹੈਰਨੀਆ ਦਾ ਛੋਟਾ ਜਿਹਾ ਆਪਰੇਸ਼ਨ ਹੈ, 4 ਡੇਟਸ ਮਿਲ ਚੁੱਕੀਆਂ ਨੇ, 4 ਕੋਵਿਡ ਟੈਸਟ ਹੋ ਗਏ, 4 ਬਲੱਡ ਵਰਕ ਹੋ ਗਏ। ਜਦ ਸਰਜਰੀ ਦਾ ਦਿਨ ਹੁੰਦਾ ਕਹਿੰਦੇ ਨੋ, ਕੋਈ ਐਮਰਜੈਂਸੀ ਆ ਗਈ। ਆਪ ਮੈਂ ਇੱਕ ਚੀਜ਼ ਦਾ ਵਿਟਨੈਸ ਹਾਂ ਕਿ ਪਰਿਵਾਰ ਦੇ ਕਿਸੇ ਜੀਅ ਦਾ ਇੱਕ ਸਰਜਰੀ ਸੀ ਛੋਟੀ ਜੀ ਆਪਣੇ ਰਾਇਲ ਕੋਲੰਬੀਆ 'ਚ। ਬਸ ਜਦ ਭੁੱਖੇ ਰਾਤ ਤੋਂ ਰੱਖ ਲਿਆ ਅਤੇ ਦੁਪਹਿਰੇ 11 ਵਜੇ ਸਰਜਰੀ ਹੈ, ਅਤੇ ਚੌਪਰ ਹੈ, ਏਅਰ ਐਂਬੂਲੈਂਸ ਦਾ ਖੜਕਾ ਹੋ ਗਿਆ, ਤਾਂ ਜਦੇ ਪਤਾ ਲੱਗਦਾ ਸੀ ਵੀ ਗਈ, ਅੱਜ ਫੇਰ ਨਹੀਂ ਸਰਜਰੀ ਹੋਣੀ। 25 ਦਿਨ ਵੇਟ ਕਰਦੇ ਰਹੇ। ਇਹ ਗੱਲ ਹੈ 2015 ਦੀ, ਅਤੇ ਅੱਜ ਕਿੱਥੇ ਗੱਲ ਖੜੀ ਹੈ? ਕਿੰਨਾ ਵੇਟਿੰਗ ਟਾਈਮ ਹੈ, ਕਿੰਨਾ ਵੇਟਿੰਗ ਪੀਰੀਅਡ ਹੈ? ਇੱਕ ਫੈਮਿਲੀ ਪ੍ਰੈਕਟੀਸ਼ਨਰ ਤੋਂ ਸਪੈਸ਼ਲਿਸਟ ਤੱਕ ਜਾਂਦੇ ਜਾਂਦੇ ਕਿੰਨਾ ਸਮਾਂ ਲੱਗਦਾ ਹੈ? ਮਿਸਟਰ ਬਰੂਆ ਨੇ ਬਹੁਤ ਇੱਕ ਖੁੱਲ੍ਹੀ ਇਹਦੀ ਰਿਪੋਰਟ ਜਿਹੜੀ ਛਾਪੀ ਹੈ, ਉਸ 'ਤੇ ਗੱਲਬਾਤ ਕਰਾਂਗੇ। ਮਿਸਟਰ ਬਰੂਆ, ਗੁੱਡ ਮਾਰਨਿੰਗ ਐਂਡ ਵੈਲਕਮ ਟੂ ਸ਼ੋ। Good morning, namaste. Thank you for having me on the show. Thank you so much, and I would like to give you congratulations to sit on a prestigious position and on a Fraser Institute, and I was so delighted to know about you that you are there, and I feel proud you are from my country, and thank you for sparing some time for us today. Waiting your turn, that is a slogan which impacted us one way or another. Everyone is waiting from family physician to specialist, and your report you were saying is 22 to 24 weeks. So I would like to start with your report first. You have just released a new study that evaluates the performance of Canada's healthcare system. You tackle some issues there. Can you give us highlight about your report? Yes, again, मुझे शो में इनवाइट करने के लिए बहुत धन्यवाद. Thank you. At the Fraser Institute, we believe that in order to improve anything, Yes. we have to measure it first. And that's why we produce these reports at the Institute every year to measure things like spending and the length of wait times. So as you said, one of these reports is comparing performance of universal healthcare countries
in which we compare Canada's healthcare system to 28 other countries with universal healthcare. So, पिछले महीने में हमने एक नई रिपोर्ट रिलीज की थी, which is this comparing performance, जिसमें हमने 28 देशों के हेल्थ केयर सिस्टम को कंपेयर किया था. और उस रिपोर्ट में हमने देखा कि कनाडा के हेल्थ केयर सिस्टम से काफी देश बेहतर दिखाई पड़ते हैं. There are many countries that are doing much better than Canada's healthcare system. And we take a very simple approach. We have more than 40 indicators, 40 indicator. But the question is simple, which is how much do we spend on healthcare and what do we get in return? Yes. यही प्रश्न है कि हम कनाडा में कितना पैसा खर्च कर रहे हैं हेल्थकेयर पर और क्या उस खर्चे का सही रिटर्न, हाँ जी, क्या हमें पैसा वसूल मिल रहा है. जी जी. So the first major one, of course, is about spending. Yes. Many politicians, policymakers, they always say, if there's a problem, we will spend more on healthcare. But if we look at the spending figures, out of these 28 countries, yes, we are actually among the top spenders. So, out of the 28 countries, we actually rank second highest. दूसरा rank है out of these 28 देशों से as a percentage of GDP. And even if we look at it per capita, we are 8th highest out of 28. So the first thing that we get is that spending is not the problem. We are actually spending a lot of money on healthcare. Healthcare पर हम काफी ज्यादा पैसा खर्च कर रहे हैं. The question is, what are we actually getting in return for it? Yes. Acha, Mr. Barua, so if we are spending enough on healthcare, then why is waiting period there 24 to 22 to 26 weeks, and it was 9 weeks in 1993, and while waiting there you put some figure there is $2 billion which we are spending only on waiting period. So that 2 billion figure, from where you calculated it? Let me start maybe by talking a little bit about the problem of resources, which will lead us to the wait times issue. So, unfortunately, with that spending figure, when we were looking at those indicators, we found that we actually have a severe lack of doctors and beds. बात सामने ये आ रही है कि कनाडा में डॉक्टर्स और बिस्तर की हॉस्पिटल में बहुत कमी है. So in terms of doctors, we actually rank 26th out of 28. Only 2 countries have fewer doctors than us. In terms of bed, we rank 25th out of 28. Only 3 countries have fewer doctors than us. So अगर इतनी कमी है डॉक्टर्स और बेड्स की, then of course we are going to have long wait times, right? Similar story is there with MRIs and CT machines. So with MRIs, we actually rank 21 out of 24. CT's scanner is 22 out of 26. Again, if we have so few scanners, of course it's going to take us a long time to wait for treatment, right? So this leads us to what you were talking about, which is we have some of the longest wait times in the developed world. And this is amongst countries that have universal healthcare. So we're not talking about Canada versus the United States. We're talking about Canada versus Switzerland, Sweden, Netherlands, Germany. सारे इन देशों में universal healthcare है. हाँ जी. So, like you said last year, in our survey, we measured the average wait time at 22.6 weeks, between referral to treatment. Yes. So, we've seen this huge increase in wait times from 1993, as you said, when the wait time was only 9 weeks. 9 weeks, yes. Basic problem is that the policies have not changed. We keep trying to solve this issue by putting more money into it. But we are not examining what are the actual policies in place. So the question is, where do we look for better policies?
And again, when we're focusing on wait times, we can get some answers. So, for example, in the report which we talked about earlier, Yes. we found that, for example, in terms of the wait time to see a specialist, the percentage of Canadians who waited less than 4 weeks was only 38%. Okay. In Switzerland, 68% waited less than 4 weeks. Right? So you have much shorter wait times. When we look at the wait time for treatment, for elective treatment, in Canada, 62% waited less than 4 months. In Germany, 99% got treatment before 4 months. In fact, the 10 countries, जो 10 देशों हैं जिसके हमारे पास डेटा है, Canada always ranks at the bottom, 10th lowest out of 10. This is a serious problem. So we have to ask ourselves, in these countries, ये अलग क्या कर रहे हैं, right? And we find that there are at least 3 things that are different. The first is the public and the private sector work together. The focus is on the patient. In Canada, the focus is on the government. Sarkar Government par and focus hai. private practice. Yes. 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 So in देशों में private और public sector jointly काम करते हैं, right? So it means more capacity, it means more competition, and it means in many of these countries better care for the patients. क्योंकि अगर public sector में treatment नहीं मिल रहा या बहुत लंबा wait है, they can go to the private sector. In many of the countries, the Sarkar also pays for private treatment even. You know, so it's a very deep integration where they say, you know, the first priority is patient. Exactly, the patient should get the treatment. The second is a little more controversial, the difference. In these other countries like Switzerland, Netherlands, Germany, the patient has to pay a little bit of the cost of care, like 10%, 20%. And the reason why is because it helps the patient understand that these are scarce resources. And if you can, maybe you should be going to the family doctor instead of the hospital. In Canada, we pay a lot. हम काफी ज़्यादा पैसा खर्च करते हैं through the tax system, but we don't pay at the hospital, right? And so what happens is sometimes, not always, but sometimes, patients may be going to the hospital for, you know, small things के लिए जा रहे हैं. But for those things, they should actually be going to a family doctor. So by paying बस थोड़ा सा पैसा जमा करने से, there's a better understanding of where you should be getting the care. The third difference is a little bit more complex, and this has to do with how the hospitals are funded. So in Canada, because the government, क्योंकि सरकार is responsible primarily for the funding, Yes. they are funded via a budget, right? So sarkari budget. And what happens with the budget is when a patient comes in, they are eating into the budget. जैसे हॉस्पिटल को पेशेंट पर खर्चा करना पड़ेगा और वो बजट will decrease, right? These other countries, they do the opposite. They say, उनकी सरकार और उनके प्राइवेट इंश्योरर्स कहते हैं कि when a patient comes into a hospital, जब patient hospital में आएगा, we actually give the hospital money to treat that patient. तो जब भी पेशेंट आते हैं हॉस्पिटल में, हॉस्पिटल को एडिशनल फंड्स मिलते हैं फॉर ट्रीटमेंट. So the incentive actually for those hospitals in these countries is to actually treat the patient because they will get the money for that treatment. For the patient, yes. Exactly. But in Canada, we're having the opposite, right? We when a spend patient money comes on in, hospitals. yes, And patient hospital- come in or not, that is not the issue. exactly. And if a patient comes in, the hospital's budget decreases because they had to take care of them. So it is just thinking about it
same concept, but from a different angle, right? And what we found is that जिन देशों में ये public-private joint policy है, this user fee is there. Cool. All of these countries have universal healthcare, but they do it differently. They don't think that only Sarkar can give healthcare. They say, "Acha, या public से मिले या private से मिले, but patient exactly." So it's just a different way about thinking about the healthcare system. The problem is these are difficult conversations for the politicians and the policymakers to have. And so the only thing that we usually hear is we put more money into the system. But as we saw in the beginning, yes, we are already amongst the top spenders. So money will not fix this problem. अच्छा मिस्टर बरुआ, फिर ये जो पॉलिटिशियंस हैं या पॉलिसी मेकर्स हैं, पॉलिटिशियंस को वोट चाहिए, वोट मिलेगी तभी जब पब्लिक खुश है, फिर मुश्किल किधर है? Just if we get example of Surrey Memorial, normal wait time is 7 to 8 hours to even to get inside. Now they are going to get another hospital in 3 or 4 years. By the time our population of Surrey will be about 7 to 800,000, then problem will be there same. फिर मुश्किल किधर है? ये पॉलिसी और ये पॉलिटिशियंस एंड पॉलिसी एडवाइजर्स, इनको क्यों नहीं पता लग रहा? और दूसरी तरफ जो और देश हैं जैसे नीदरलैंड्स और स्वीडन, ऑस्ट्रेलिया की आपने जर्मनी की बात की है, उनका मॉडल सामने है, फिर व्हाई डोंट दे अडॉप्ट दैट? Very difficult question. I will try my best to answer. Yes. I'm not a politician. We are non-partisan, but I think part of the problem is that we have been scared into thinking that if we change anything with the healthcare system, अगर कुछ भी छोटा सा change करेंगे, तो पूरा healthcare system collapse हो जाएगा. Right? हम जैसे जब भी हम whenever we talk about these policies, the first thing many people say is, "Oh no, it'll become like in the US." But what they don't understand is sometimes it is so bad in Canada that patients actually leaving Canada in order to get treatment. I think the leadership in this case will not come from the politician. It will come from the people. The more and more people like your listeners understand that the way we are doing healthcare is leading to long wait times, is leading to not enough doctors, and that there are better ways to do it, the more and more they will talk to their politicians and their policymakers and be able to say, you know what, in Switzerland, in the Netherlands, in Australia, these things don't happen. Can we at least try what they are doing differently? But right now, this fear has been ingrained in us that if we do anything even slightly differently, the healthcare system will collapse. But it's not true. We look at these other countries, they have universal healthcare. They have simply chosen to experiment, to try with all of these different things. They don't see the private sector as the opposite of the public sector. They see the private sector as a partner to, jointly काम करते हैं इनके साथ. But in Canada, we still see it as one or the other. कि private sector कई दुश्मन है, right? They think that, okay, if patients have to pay some money, maybe they will, at the hospital, maybe they will be unhappy. But these other countries, they understand that, if a patient is poor, of course, you don't want them to pay at the hospital. So you put exemptions. These other countries also care about the poorer patients. Yes. But I think it's right now easier for people to say, well, let's just put more money in it. थोड़ा ज़्यादा पैसा डालते हैं system में, problem will go away. But it's not true. We have been trying this now for 30, 40 years
to just put more money in the system. And unfortunately, during that time, wait times have only increased. इसको 2019 में मैंने देखा है with Canadian there's a huge medical tourism in Punjab in Fortis Hospital Mohali. They set up an entirely different ward where they got 5-star facilities, and if you have money you go there. And you know, brother of mine, he had some abdominal pain from last 8 or 9 weeks, and he had to go, he got some blood in stool, and he's waiting from 9 weeks now, and finally he's packing his bag and he's ready to go to India. And there in 2 days he will get all colonoscopy and all results will be there. So can't understand, they're putting lots of money in the system, and this is the only beauty of this nation. That's why we all left our countries, for the medical and personal safety. Personal safety is there, but the medical is deteriorating every day by day. And you put a table in your 29 finding where you put some money. British Columbia $1,776, Alberta $2,834. Can you elaborate that table? वो क्या है ये जो आपने मनी डाली है $1,700 $2,800, ये क्या है? Yes, you know, बहुत दुख की बात है that, you know, people have to leave Canada in order to get treatment. Yes. And this is not because that's their first choice. It is because that is sometimes their only choice left to do. What we have to remember is that wait times can and very often do have consequences. Sometimes it can be poorer medical outcomes. Yes. In the worst case, it can be death. Yes. You know, but almost everybody will at least have some economic consequence of waiting. Right, and that is what the figures that you're talking about. What we did in that report is we did an examination where we said, okay, we're looking at the wait time from specialist to treatment. So this is the second half of the wait, and we looked at what percentage of patients have reported being affected by their weight, which is approximately 13 to 14%. Usually say that they are adversely affected. And then we use the wages as an estimate of the value of their time that has been lost. It's for week. Yes. $1,776 per week. So if it's 8-week time, so that means almost $10,000 per person for the week? No. Okay. No, it's about $1,700 for the on average. Average, okay. But that is also, it's a bit, it's also, it'll be different for different people. So for example, you know, the wait time in, for example, New Brunswick and Nova Scotia is more than 40 weeks. Yes. Whereas in Saskatchewan, it's 20 weeks, yes, which is not great, but half the time of New Brunswick and Nova Scotia. But it doubles, right? So that same estimate will double depending on if you're in a different province, or it'll double or change depending on what procedure you are waiting for. Because for some procedures, the wait time is much longer as well, right? So it depends on which procedure you're waiting for. But on average per patient, and that's because there are, I think, over 1 million patients estimated as waiting. That's why that figure seems small, that it's about only $2,000, because there are almost 1 million people that we are estimating on that. We've distributed the average, right? The other thing is that in that estimate, we are only looking at the value of hours during work. So we're not even including the value of the hours in the evening or the value of the hours being able to sleep. And we have also only estimated that 13%. So we have taken all steps to be conservative with our estimate. It's likely that the economic cost is much larger. But even with this conservative estimate, it adds up to over $2 billion or up to $6 billion for the economy as a large. अच्छा मिस्टर बरुआ जी, ये भी बताएं कि अभी
सारे इसको कोविड 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 के ऊपर डाल रहे हैं। कोविड से पहले हेल्थ केयर सिस्टम कैसा था और अब कैसा है? Unfortunately, these problems, ये सारे पुराने problems हैं. These are old systemic issues with healthcare. So when we look at, let's say the waiting time, during COVID was 22.6 weeks. But the waiting time in 2019 was almost the same. I think it was 19 or 20 weeks in 2019. The figures that I gave you, जो हमने discuss किया report comparing performance 28 country के साथ, all of that data is actually from 2019. That means before COVID started. So these problems are not because of COVID. But of course, COVID has had an impact. These problems have become worse during COVID. हमने इतने सारे story we hear of cancellations and backlogs over the last 1 or 2 years. And एक दो हफ्ते में actually our new report will be released on the wait times. And almost certainly the wait times have gone up even then. So COVID has made the wait times probably, one can say, worse, or COVID has made the backlogs of these surgeries worse, but it is not the main reason. Even in 2019, these same problems were there, and after COVID is gone, these same problems will be still there. So, ਹੁਣ इसको हम लोग सम अप भी करना है. टाइम आई हैव गेटिंग आउट ऑफ टाइम. सो वी विल हैव अनदर शो नेक्स्ट वीक टू एलैबोरेट दिस मोर. पर आज की इस बात को अगर कंक्लूड करें मिस्टर बरुआ, तो वो क्या है? एंड थैंक यू टू इवन try to speak Hindi. It is a little hard for me as well. But क्योंकि हमारे सुनने वाले अंग्रेजी और हिंदी और पंजाबी समझते हैं, तो मैं तो विश करता था भी आप पंजाबी बोलेंगे, तो लेकर हिंदी भी बोलते हैं. बहुत अच्छी है. इसको कंक्लूड करें प्लीज आज की बात को. सॉरी, मेरे को माफ करना पड़ेगा कि मेरी हिंदी इतना अच्छी नहीं है. मैंने थोड़ा कोशिश किया. ये कंक्लूजन में ये समझना है कि measurement is important. Yes. We have to start by always seeing how much are we spending before we spend more. और पैसा खर्चा करने के पहले first check how much we are spending. फिर पूछना चाहिए why is this spending not resulting in better performance? Because we are some of the top spenders. Yes. But we have a कमी of doctors. डॉक्टर की कमी है, बिस्तरों की कमी है, CTs और MRI scanners की कमी है. The first question is, why is this money not translating? The second is to look at the countries that are doing better than us, right? And identify them. So we identify countries like Germany, Switzerland, Australia, Netherlands. They all spend around the same. They have shorter wait times. And then is to learn from them. हमें इन देशों से सीखना है, राइट? और हम देखते हैं कि इन देशों में प्राइवेट और पब्लिक सेक्टर जॉइंटली साथ काम करते हैं. दे एक्सपेक्ट सम पेमेंट फॉर यूजर फीस while providing exemptions, और हॉस्पिटल की फंडिंग अलग तरीके से है. The ultimate thing though is, for me, is to help listeners and Canadians understand this. I'm not so interested in the politicians and the policymakers because sometimes it takes them time to understand what is happening. Realize it. Right? To realize it. So as long as Canadians, as long as your listeners understand this and they are curious and they go and learn what is different about the healthcare systems, they can actually help our politicians and our policymakers to have better discussions about healthcare. This is not a question about left or right or NDP or liberals or anything. Denounce this is about, anyone. Yes, this is about better healthcare. Obviously. And it starts with understanding what is happening in the country. So hopefully what I've explained has helped at least a little bit. No, it help us a lot. Next week we will discuss
how government are showing us glossy pictures. But there is no shortage of doctors because they divide their budget and divided by doctors. Then they put those doctors and 3,000 doctors a year and all international medical graduates. They are driving taxis, serving in Uber and security. We will discuss that part also next Thursday again at 8 o'clock. Thank you in advance for your time. I'm so pleased again to talking to you, and you're sitting as a director in Fraser Institute. Again, congratulations. Thank you. Thank you so much, Mr. Gill. My pleasure. Dhanyavad. Thank you. Thank you. Bacchus Barua, Mr. Bacchus Barua ਗੱਲਬਾਤ ਕਰ ਸੀ ਜਿਹੜੇ ਡਾਇਰੈਕਟਰ ਨੇ ਹੈਲਥ ਪਾਲਿਸੀ ਸਟੱਡੀਜ਼ ਦੇ। ਉਹ ਪੜ੍ਹ ਕੇ ਥੋੜਾ ਸਮਾਂ ਦਿੱਲੀ ਆਏ ਤੇ ਪਰ ਉਹ ਬਾਹਰ ਰਹੇ ਨੇ ਜ਼ਿਆਦਾਤਰ, ਸਾਰਾ ਚਾਈਲਡਹੁੱਡ ਉਹਨਾਂ ਦਾ ਬਾਹਰ। ਪਰ ਉਹ ਹਿੰਦੀ ਹੁਣ ਹੌਲੀ ਹੌਲੀ ਕਹਿੰਦੇ ਮੈਂ ਸਿੱਖ ਰਿਹਾ, ਹਿੰਦੀ 'ਚ ਤੁਹਾਨੂੰ ਸਮਝ ਆਉਂਦਾ ਸੀ ਉਹਨਾਂ ਦਾ। ਗੱਲ ਇਹ ਸੀ ਕਿ ਅਸੀਂ ਬਹੁਤ ਮਨੀ ਸਪੈਂਡ ਕਰ ਰਹੇ ਹਾਂ। 28 ਯੂਨੀਵਰਸਲ ਹੈਲਥ ਕੇਅਰ ਦੀਆਂ ਕੰਟਰੀਆਂ ਨੇ ਅਤੇ ਟੌਪ 2 ਦੇ ਵਿੱਚ ਅਸੀਂ ਆਉਂਦੇ ਹਾਂ, ਪਰ ਉਹਦਾ ਰਿਜ਼ਲਟ ਨਹੀਂ ਆ ਰਿਹਾ। ਜਿਵੇਂ ਕਹਿੰਦੇ ਨਾ ਪੁੱਠੇ ਪਾਸੇ ਨੂੰ ਜ਼ੋਰ ਲਾਉਂਦੇ ਆ, ਉਹ ਜ਼ੋਰ ਲੱਗ ਰਿਹਾ। ਗਲੋਸੀ ਪਿਕਚਰ ਸਰਕਾਰਾਂ ਦਿਖਾ ਰਹੀਆਂ ਨੇ ਬਈ ਨਾ ਡਾਕਟਰਾਂ ਦੀ ਕਮੀ ਨਹੀਂ, ਕਿਉਂਕਿ ਬਜਟ ਉਨਾ ਹੀ ਹੈ ਦਿਖਾਉਣਾ ਜਿੰਨੇ ਡਾਕਟਰ ਨੇ। $2 ਅਰਬ, $2 ਬਿਲੀਅਨ ਵੇਟਿੰਗ ਟਾਈਮ ਦੇ ਵਿੱਚ ਜਿਹੜੇ ਰਿਸੋਰਸਿਸ ਨੇ ਉੱਥੇ ਖਰਚ ਹੋ ਰਿਹਾ। ਅਤੇ 22 ਤੋਂ 24 ਵੀਕ ਦਾ ਸਮਾਂ ਹੈ ਜਿੱਥੇ ਤੁਸੀਂ ਇੱਕ ਫੈਮਿਲੀ ਫਿਜ਼ੀਸ਼ੀਅਨ ਤੋਂ ਜਾ ਕੇ ਪਹੁੰਚਣਾ ਹੈ ਆਪਣੇ ਸਪੈਸ਼ਲਿਸਟ 'ਤੇ। ਆਹ ਗੱਲ ਚੱਲ ਰਹੀ ਹੈ ਅਤੇ ਬਹੁਤ ਉਹਨਾਂ ਨੇ ਖੁੱਲ੍ਹ ਕੇ ਇਹਦੇ 'ਤੇ ਕੰਮ ਕੀਤਾ ਹੈ। ਘੱਟੋ ਘੱਟ 200 ਦੇ ਕਰੀਬ ਉਹਨਾਂ ਦੀਆਂ ਰਿਸਰਚ ਬੇਸਡ ਜਿਹੜੇ ਪੇਪਰ ਨੇ, ਅਤੇ ਤੁਸੀਂ ਪੜ੍ਹ ਵੀ ਸਕਦੇ ਹੋ ਜਾ ਕੇ ਜੇ ਤੁਸੀਂ ਮਿਸਟਰ ਬਾਕਸ BACCHUS ਬਰੂਆ BARUA ਬਾਕਸ ਬਰੂਆ ਡਾਇਰੈਕਟਰ ਹੈਲਥ ਪਾਲਿਸੀ ਸਟੱਡੀਜ਼। ਅਗਲੇ ਥਰਸਡੇ ਫੇਰ ਲਿਆਵਾਂਗੇ ਉਹਨਾਂ ਨੂੰ। ਡਾਕਟਰਾਂ ਦੇ ਬਾਰੇ ਗੱਲਬਾਤ ਮਿਸਟਰ ਬਰੂਆ ਕਰਕੇ ਗਏ ਨੇ। ਮੈਂ ਹੋਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਦੱਸਾਂਗਾ, ਰਿਪੋਰਟ ਬਾਰੇ। ਬਰਾੜ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਇੱਕ ਜਾਣਕਾਰੀ ਲੈਣੀ ਹੈ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। 2-3 ਭੈਣ ਜੀਆਂ ਨਾਲ ਬਿਰਧ ਸੀਗੇ, ਉਹਨਾਂ ਨਾਲ ਮੇਰੀ ਗੱਲ ਹੋਈ ਤੇ ਕਹਿੰਦੀਆਂ ਵੀ ਅਸੀਂ ਅੱਖਾਂ ਦੇ ਸਾਡੀ ਅਪੁਆਇੰਟਮੈਂਟ ਬਣੀ ਸੀ, ਉਹਨਾਂ ਨੇ ਲੈਂਜ ਪਾਉਣੇ ਸੀ ਜੀ। ਉਹ ਕਹਿੰਦੀਆਂ ਵੀ ਸਾਨੂੰ ਕਹਿੰਦੇ ਵੀ ਕਿੰਨੇ ਵਾਲਾ ਪਾਉਣਾ। ਹਾਂਜੀ, ਕੀ ਹੁਣ ਅੱਖਾਂ ਦਾ ਮਤਲਬ ਫ੍ਰੀ ਨਹੀਂ ਹੈਗਾ? ਮੈਂ ਤੁਹਾਨੂੰ ਕੱਲ੍ਹ ਨੂੰ ਜਾਣਕਾਰੀ ਇਹਦੇ ਬਾਰੇ ਪੂਰੀ ਦੇਵਾਂਗਾ ਜੀ, ਪਰ ਮੇਰੇ ਖਿਆਲ ਜਿਨ੍ਹਾਂ ਦੀ ਇਨਕਮ ਘੱਟ ਹੈ ਉਹਨਾਂ ਤਾਂ ਫ੍ਰੀ ਹੈ ਸਾਰਾ ਕੁਛ। ਜੀ ਮੈਂ ਪਤਾ ਕੱਲ੍ਹ ਨੂੰ ਦੱਸਾਂਗਾ ਬਰਾੜ ਸਾਹਿਬ। ਓਕੇ ਜੀ, ਬਹੁਤ ਧੰਨਵਾਦ ਜੀ। ਅਸੀਂ ਤਾਂ ਇੱਥੋਂ ਕੈਂਪ ਲਾਉਣ ਜਾਂਦੇ ਹਾਂ, ਉੱਥੇ ਕਮਾਲ ਹੋ ਗਈ। ਰਵੀ ਚੀਮਾ ਜੀ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ। ਮੇਰੇ ਨਾਲ ਨਾ ਤਾਜੀ ਹਜੇ ਹੋਈ ਜੀ ਪਿਛਲੇ ਵੀਕ ਦਾ ਐਕਸਪੀਰੀਅੰਸ, ਤੇ ਮੈਂ ਤੁਹਾਨੂੰ ਦੱਸਦਾ ਵੀ ਮਾਤਾ ਜੀ ਹੁਣਾਂ ਨੂੰ ਨਾ ਗਾਲ ਬਲੈਡਰ 'ਚ ਸਟੋਨ ਸੀਗੀਆਂ ਜੀ, ਤੇ ਮੈਨੂੰ ਘੱਟੋ ਘੱਟ 6 ਵੀਕ ਹੋ ਗਿਆ। ਪਹਿਲਾਂ 2 ਵੀਕ ਡਾਕਟਰ ਦੇ ਫੈਮਿਲੀ ਡਾਕਟਰ ਦੇ ਜਾਂਦਾ ਰਿਹਾ, ਉਹਨੂੰ ਪਤਾ ਨਹੀਂ ਲੱਗਾ। ਮੁੜ ਕੇ ਹੌਸਪੀਟਲ ਗਿਆ। ਅੱਗੇ ਵੀ ਇੱਕ ਦਿਨ ਤੁਹਾਨੂੰ ਕਾਲ ਕੀਤੀ, ਜਿਹੜਾ ਮੈਂ 7-8 ਘੰਟੇ ਬਿਨਾਂ ਵੇਟ ਕਰਕੇ ਆਏ ਜੀ, ਕੋਈ ਚੈੱਕਅਪ ਨਹੀਂ ਹੋਇਆ ਨਾ। ਉਸ ਤੋਂ ਬਾਅਦ ਹੁਣ ਜੀ ਫਿਰ ਔਨ ਐਂਡ ਆਫ ਜਾਂਦੇ ਰਹੇ। ਕਦੀ ਜੀ CT ਸਕੈਨ ਕਰਨੀ ਆ, ਕਦੀ MRI ਕਰਨੀ ਆ, ਕਦੀ ਅਲਟਰਾਸਾਊਂਡ ਕਰਨੀ ਆ। ਫਿਰ ਹੁਣ ਲਾਸਟ ਟਾਈਮ ਮੈਂ 24 ਤਰੀਕ ਨੂੰ ਗਿਆ ਜੀ, ਉੱਥੇ ਐਮਰਜੈਂਸੀ ਗਏ ਸਵੇਰੇ, ਤੇ ਉਦਣ ਦੇ ਕੀਤੇ ਇਹਨਾਂ ਨੇ ਐਡਮਿਟ ਕੀਤੇ। ਮੁੜ ਕੇ 28 ਤਰੀਕ ਨੂੰ ਜਾ ਕੇ, ਪਹਿਲਾਂ ਕਹਿੰਦੇ ਸੀ ਸ਼ਨੀਵਾਰ 27 ਤਰੀਕ ਨੂੰ ਜੀ ਤੁਹਾਡਾ ਕਰਨੀ ਆ ਸਰਜਰੀ, ਤੇ ਰਾਤੀ 12 ਵਜੇ ਤੋਂ ਬਾਅਦ ਕੁਛ ਨਹੀਂ ਖਾਣਾ। ਜੇ ਪਾਣੀ ਵੀ ਪੀਣਾ ਆ, ਜਿਹੜੀ ਮੈਡੀਸਨ ਦੇਣੀ ਆ ਉਹਨਾਂ ਵੀ ਜਿੰਨਾ ਘੱਟ ਤੋਂ ਘੱਟ ਪੀ ਹੁੰਦਾ ਉਹ ਪੀਓ। ਜਦੋਂ ਉਸ ਅਗਲੇ ਦਿਨ 5-6 ਵੱਜ ਗਏ, ਮਾਤਾ ਜੀ ਉਹਨਾਂ ਨੂੰ ਭੁੱਖ ਲੱਗੀ, ਉਹ ਕਹਿਣ ਮੇਰੇ ਤਾਂ ਖੋਹ ਪੈਂਦੀ, ਮੈਂ ਕੁਛ ਖਾਣਾ ਹੈ ਨਾ। ਉਹਨਾਂ ਨੂੰ ਪੁੱਛੇ, ਉਹ ਕਹਿੰਦੇ ਨਹੀਂ ਦੇਣਾ ਕੁਛ ਨਹੀਂ। ਅੱਛਾ, 6-7 ਵਜੇ ਆ ਕੇ ਨਰਸ ਕਹਿੰਦੀ ਨਹੀਂ ਅੱਜ ਨਹੀਂ ਸਰਜਰੀ ਹੋਣੀ, ਤੇ ਤੁਹਾਡੀ ਕੱਲ੍ਹ ਹੋਣੀ ਆ, ਹੁਣ ਤੁਸੀਂ ਕੁਝ ਦੇ ਸਕਦੇ ਇਹਨਾਂ ਨੂੰ ਖਾਣ ਨੂੰ। ਅੱਛਾ, ਕੋਈ ਡਾਕਟਰ ਨਹੀਂ ਆਇਆ। ਜਿਹੜਾ ਸਰਜਨ ਸੀ, ਕਹਿੰਦੇ ਸਰਜਨ ਤੁਹਾਡੇ ਕੋਲ ਆਊਗਾ, ਜਿਹੜਾ ਇੱਕ ਦਿਨ ਪਹਿਲਾਂ ਡਾਕਟਰ ਕਹਿ ਕੇ ਗਿਆ ਸੀ। ਸਰਜਨ ਕੋਈ ਨਹੀਂ ਆਇਆ। ਸਰਜਨ ਉਦਣ ਸ਼ਨੀਵਾਰ ਰਾਤ ਨੂੰ 11:15 ਵਜੇ ਮੇਰੇ ਕੋਲ ਆਇਆ, ਕਹਿੰਦਾ ਅਨਫੋਰਚੂਨੇਟਲੀ ਮੈਂ ਬਿਜ਼ੀ ਸੀ ਤੇ ਟਾਈਮ ਨਹੀਂ ਲੱਗਾ, ਤੇ ਅੱਜ ਨਹੀਂ ਹੋ ਸਕਦੀ, ਕੱਲ੍ਹ ਨੂੰ ਹੋ ਗਈ। ਮੈਂ ਕਿਹਾ ਵਾਟ ਟਾਈਮ? ਕਹਿੰਦਾ ਆਈ ਕੈਨ ਟੈਲ ਯੂ ਐਨੀ ਟਾਈਮ ਟਮੋਰੋ, ਹੈ ਨਾ।
ਓਕੇ, ਫਿਰ ਰਾਤੀ 12 ਵਜੇ ਤੋਂ ਬਾਅਦ ਭੁੱਖੇ ਰਹਿ ਗਏ। ਫਿਰ ਜਾ ਕੇ ਇਹਨਾਂ ਨੇ 28 ਤਰੀਕ ਨੂੰ ਸਰਜਰੀ ਕੀਤੀ ਹੈ ਜੀ। ਤੇ ਸਰਜਰੀ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਟਾਈਮ ਦੀ, ਕਹਿੰਦਾ ਓਨਲੀ 40 ਔਰ 45 ਮਿੰਟਸ। ਤੁਸੀਂ ਇਹ ਦੇਖੋ ਬਈ ਪਿਛਲੇ 5 ਵੀਕਾਂ ਤੋਂ ਮੈਂ ਕਿੰਨੀ ਵਾਰ ਐਮਰਜੈਂਸੀ ਗਿਆ, ਕਿੰਨੇ ਡਾਕਟਰਾਂ ਨੇ ਡੀਲ ਕੀਤਾ। ਡਾਕਟਰ ਹਰੇਕ 3-3 4-4 ਘੰਟੇ ਬਾਅਦ ਆਉਂਦੇ, ਕਿੰਨੀਆਂ ਨਰਸਾਂ ਉੱਥੇ ਹੀ ਸੀਗੀਆਂ, ਕਿੰਨਾ ਫੂਡ ਹੁੰਦਾ, ਬਲੱਡ ਵਰਕ ਪਤਾ ਨਹੀਂ, ਬੈਠਾ ਬੰਦਾ ਕੁਝ ਖਾ ਨਹੀਂ ਰਿਹਾ, ਪੀ ਨਹੀਂ ਰਿਹਾ, 4 ਘੰਟਿਆਂ ਬਾਅਦ ਉਹਦਾ ਕੀ, ਉਹ ਡਾਇਬਟੀਜ਼ ਹੈ ਨਹੀਂ ਉਹਨਾਂ ਨੂੰ, ਹਨਾ, ਪਤਾ ਨਹੀਂ ਵੀ ਕੀ ਘਟ ਜਾਂਦਾ ਕੀ ਵੱਧ ਜਾਂਦਾ। ਤੇ ਉਹ ਤੋਂ ਬਾਅਦ ਇੰਨਾ ਖਰਚਾ ਤੇ ਕਿੰਨਾ ਕੰਮ ਸੀਗਾ ਜੀ। ਉਹ ਦਿਨ 2-3 ਵਜੇ ਕੀਤਾ, ਸਰਜਰੀ ਕੀਤੀ ਹੈ, ਤੇ ਦੂਜੇ ਦਿਨ 12-1 ਵਜੇ ਸਾਨੂੰ ਭੇਜਤਾ, ਘਰੇ ਭੇਜਤਾ। ਅੱਛਾ, ਉਹੀ ਡਾਕਟਰ ਫਿਰ ਜੇ ਕਹਿੰਦੇ ਵੀ ਡਾਕਟਰ ਬਿਜ਼ੀ ਆ ਜਾਂ ਕੁਛ ਆ, ਉਹੀ ਡਾਕਟਰ ਹੈ ਨਹੀਂ ਸਾਡੇ ਕੋਲ, ਉਹੀ ਡਾਕਟਰ ਪ੍ਰਾਈਵੇਟ ਕਲੀਨਿਕ ਤੇ ਵੀ ਕੰਮ ਕਰ ਰਹੇ ਆ। ਹੁਣ ਜਿਹੜੀ ਮੇਰੀ ਫੋਲੋ ਅਪ ਅਪਾਇੰਟਮੈਂਟ ਬਣੀ ਆ, ਉਹ ਉਹਨਾਂ ਦੇ ਪ੍ਰਾਈਵੇਟ ਕਲੀਨਿਕ ਤੇ ਬਣੀ ਆ। ਉਹ ਵੀ ਤਾਂ MSP ਥਰੂ ਪੇ ਹੋਣਾ, ਗਵਰਨਮੈਂਟ ਨੇ ਕਰਨਾ, ਉਹ ਮੈਂ ਪੱਲੇ ਉਹ ਤਾਂ ਕਰਨਾ ਨਹੀਂ। ਜੇ ਉਹ ਉੱਥੇ ਵੱਧ ਚਾਰਜ ਕਰਦੇ, ਉਹਨਾਂ ਨੂੰ ਮਨੀ ਦਾ ਕੋਈ ਲਾਲਚ ਆ, ਵੱਧ ਪੈਸੇ ਬਣਦੇ, ਤੁਸੀਂ ਪੈਸੇ ਵਾਧੂ ਦੇ ਦਿਓ। ਉਹੀ ਪੈਸੇ ਤੁਹਾਡੇ ਕਿੰਨੇ, ਉਹ ਜਿਹੜੀਆਂ ਨਰਸਾਂ ਨੇ ਸਾਨੂੰ 5-6 ਵੀਕ ਡੀਲ ਕੀਤਾ, ਜਿਹੜੇ ਦੂਜੇ ਐਮਰਜੈਂਸੀ ਵਾਲੇ ਡਾਕਟਰਾਂ ਨੇ ਕੀਤਾ, ਉੱਥੇ ਬੈੱਡਾਂ ਦਾ ਖਰਚਾ, ਫੂਡ ਦਾ ਖਰਚਾ, ਉਹ ਕਿੰਨਾ ਬਚੂਗਾ ਸਾਡੇ ਨਾਲ, ਸਾਡੀ ਹੈਸਲ ਬਚੂਗੀ। ਬਰੂਆ ਦੱਸ ਕੇ ਗਏ ਨੇ, ਇਹੀ ਦੱਸ ਕੇ। ਹਾਂਜੀ, ਇਹ ਮੇਰੇ ਨਾਲ ਤਾਜ਼ਾ ਹੀ ਹੋਇਆ ਜੀ, ਹਜੇ ਪਿਛਲੇ ਵੀਕ ਦੀ ਗੱਲ ਆ। ਤੇ ਦੂਜੀ ਜਿਹੜੀ ਇੱਕ ਪਹਿਲਾਂ, ਅੱਛਾ ਜੀ, ਪਹਿਲਾਂ ਗਏ ਜਦੋਂ ਸਾਰਾ ਕੁਝ ਡਿਟੈਕਟ ਹੋ ਗਿਆ ਗਾਲ ਬਲੈਡਰ ਚ। ਸਮਾਂ ਘਟ ਗਿਆ ਜੀ, ਸੌਰੀ। ਮੈਂ ਫਿਰ ਆਪਾਂ ਜਿੱਦਣ ਮੈਂ ਤੁਹਾਡੇ ਸਾਰਿਆਂ ਦੀਆਂ ਕਾਲਸ ਤੁਹਾਡੇ ਨਾਲ ਮੈਂ ਲੈਣੀਆਂ ਨੇ, ਮੈਂ ਤੁਹਾਨੂੰ ਦੱਸਦਾ ਕੋਵਿਡ ਦੇ ਟੈਸਟ 4 ਵਾਰ ਹੋ ਗਏ। ਹਰਨੀਆਂ ਦਾ ਆਪਰੇਸ਼ਨ 35 ਮਿੰਟ ਦਾ, ਬਜ਼ੁਰਗ ਜਾਂਦੇ ਨੇ, ਮੋੜ ਲਿਆਉਂਦੇ ਨੇ। ਸਟਨ ਵੈਸਟ ਕੋਸਟ ਰਿਐਲਿਟੀ ਦੇ ਇਹਦੇ ਤੇ ਗੱਲ ਕਰ ਰਹੇ ਹਾਂ ਆਪਾਂ। ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਖੋਲਾਂਗੇ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ ਫੇਰ 7:10 ਤੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਰੱਬ ਰੱਖਾ।